ਸਾਰਕ ਮਹੱਲਾ ਪੰਜਵਾ। ਕਰਹੁ ਗਤ ਦਇਆਲ ਸੰਤੋ ਮੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਚਵਰ ਛਤਰ ਦੇ ਮਾਲਕ, ਜੁਗਹੁ ਜੁਗ ਅਟਲ ਪਤਿਤ ਪਾਵਨ, ਭਗਤ ਵਛਲ ਕਰਨਾ ਨਿਧਾਨ ਅੰਤਰਜਾਮੀ। ਸ਼ਬਦ ਕਰ ਪੀਰਾ ਕਹਿਤ ਕਤੀਰਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ, ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਆਪ ਜੀ ਨੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਦਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਸਭ ਤੇ ਉੱਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਜੋ ਆਪ ਜੀ ਰੋਜ਼ਾਨਾ ਸਰਵਣ ਕਰਦੇ ਹੋ। ਸਮਾਂ ਹੋਇਆ ਹੈ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਕਰਹੁ ਗਤ ਦਇਆਲ ਸੰਤੋ ਮੋਰੀ। ਸਾਧ ਸੰਗਤ ਸਾਰਗ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਿਰ ਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਬਖਸ਼ਦੇ ਹਨ। ਕਰਹੁ ਗਤ ਦਇਆਲ ਸੰਤੋ ਮੋਰੀ। ਇਹ ਦਇਆ ਦੇ ਘਰ ਪਰਮੇਸ਼ਰ ਦੇ ਪਿਆਰੇ ਸੰਤ ਜਨੋ, ਮੇਰੀ ਮੁਕਤੀ ਕਰਨਾ ਕਰੋ, ਮੇਰੀ ਵੀ ਕਲਿਆਣ ਕਰੋ। ਭਾਵ ਜੋ ਮੇਰਾ ਮਨ ਜਨਮਾਂ ਜਨਮਾਂ ਤੋਂ ਭਟਕ ਰਿਹਾ ਹੈ, ਉਸ ਦੇ ਤਾਈਂ ਪਰਮੇਸ਼ਰ ਦੇ ਨਾਲ ਮਿਲਾਉਣਾ ਕਰੋ। ਜਿੱਥੇ ਸਤਿਗੁਰੂ ਜੀ ਬਚਨ ਕਰਦੇ ਨੇ, ਸੰਤ ਸਹਾਈ ਜੀਅ ਕੇ ਭਵਜਨ ਤਾਰਨ ਹਾਰ, ਸਭ ਦੇ ਉੱਤੇ ਜਾਣੀਐ ਹੈ ਜਿਨ ਰਾਮ ਨਾਮ ਪਿਆਰ। ਪਰਮੇਸ਼ਰ ਦੇ ਪਿਆਰੇ ਸੰਤ ਭਗਤ ਜੋ ਜੀਵ ਪਰਮੇਸ਼ਰ ਤੋਂ ਜਨਮਾਂ ਜਨਮਾਂ ਤੋਂ ਵਿਛੜੇ ਹੋਏ ਹਨ, ਉਹਨਾਂ ਦੇ ਤਾਈਂ ਸਹਾਇਤਾ ਕਰਨ ਵਾਲੇ। ਹੁਣ ਅਸੀਂ ਦੇਖਦੇ ਹਾਂ ਜੀ, ਆਪਣੀ ਮੁਕਤੀ ਕਰਾਉਣੀ ਹੈ, ਜਨਮ ਸਫਲ ਕਰਨਾ ਹੈ, ਤਾਂ ਉਸ ਵਾਸਤੇ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ। ਔਰ ਇਹ ਸਮਝ, ਇਹ ਗਿਆਨ ਪਰਮੇਸ਼ਰ ਦੇ ਪਿਆਰਿਆਂ ਕੋਲ ਹੈ।
ਜਿਸ ਦੇ ਨਾਲ ਜਨਮ ਵੀ ਸਫਲ ਹੋ ਜਾਵੇ ਔਰ ਜੀਵ ਦਾ ਜਨਮ ਮਰਨ ਦਾ ਗੇੜਾ ਵੀ ਖਤਮ ਹੋ ਜਾਵੇ। ਜਿਸ ਧਨ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਅਭਮਾਨ ਲੇਹੋ ਮਨ ਬੋਲ, ਰਾਮ ਨਾਮ ਹਿਰਦੇ ਮਹਿ ਤੋਲ। ਗੁਰੂ ਪਾਤਸ਼ਾਹ ਕਹਿੰਦੇ, ਹੇ ਜੀਵ, ਜਿਸ ਨਾਮ ਰੂਪ ਧਨ ਨੂੰ ਤੂੰ ਦੁਨੀਆ ਤੋਂ ਲੈਣ ਵਾਸਤੇ ਆਇਆ ਹੈ, ਉਹ ਅਸਲ ਧਨ ਤੈਨੂੰ ਪਰਮੇਸ਼ਰ ਦੇ ਪਿਆਰਿਆਂ ਤੋਂ ਪ੍ਰਾਪਤ ਹੋਵੇਗਾ। ਜੋ ਗੁਰਮੁਖ ਸੰਤ ਹਨ, ਸੰਤ ਕਿਸੇ ਭੇਖ ਨੂੰ, ਕਿਸੇ ਲਿਬਾਸ ਨੂੰ ਨਹੀਂ ਆਖਿਆ ਜਾਂਦਾ। ਸੰਤ ਸ਼ਬਦ ਦਾ ਫੈਸਲਾ ਗੁਰਬਾਣੀ ਨੇ ਸਾਨੂੰ ਦੱਸਿਆ, ਬਿਨਾ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਹਰ ਸਮੇਂ ਚੇਤੇ ਰਹਿੰਦਾ ਹੈ, ਸਹਿਨਸ਼ੀਲ ਸੰਤਨ ਸਮ ਮਿਤਰਸ ਦਰਜਨ ਹੈ। ਪਰਮੇਸ਼ਰ ਦੇ ਪਿਆਰੇ ਜੋ ਸੰਤ ਹੁੰਦੇ ਨੇ, ਉਹਨਾਂ ਦੇ ਅੰਦਰ ਇੰਨੀ ਸਹਿਨਸ਼ੀਲਤਾ, ਇੰਨੀ ਖਿਮਾ ਹੁੰਦੀ ਹੈ, ਕਿਸੇ ਆਪਣੇ ਪਿਆਰੀ ਮਿੱਤਰ ਦੇ ਵਿੱਚ ਤੇ ਕਿਸੇ ਦੁਸ਼ਮਣ ਦੇ ਵਿੱਚ ਉਹ ਵੱਖੋ ਵੱਖਰਾ ਸੁਭਾਅ ਨਹੀਂ ਰੱਖਦੇ। ਉਹਨਾਂ ਨੂੰ ਸਮਦ੍ਰਿਸ਼ਟੀ ਦੇ ਨਾਲ ਜਾਣਦੇ ਆ, ਦੋਹਾਂ ਵਿੱਚ ਇੱਕੋ ਜਿਹੀ ਦ੍ਰਿਸ਼ਟੀ ਰੱਖਦੇ ਨੇ। ਭਾਵ ਨਾਨਕ ਭੋਜਨ ਅਨੇਕ ਪ੍ਰਕਾਰੇਨ, ਨਿੰਦਕ ਆਵਤ ਹੋਏ ਉਪਦਿਸ਼ਟ ਦੇ। ਸਤਿਗੁਰੂ ਕਹਿੰਦੇ, ਭਾਵੇਂ ਕੋਈ ਮਹਾਂਪੁਰਖਾਂ ਦਾ ਸ਼ਰਧਾਲੂ, ਪਿਆਰ ਕਰਨ ਵਾਲਾ, ਉਹਨਾਂ ਵਾਸਤੇ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਲੈ ਆਵੇ, ਚਰਨਾਂ ਵਿੱਚ ਰੱਖ ਕੇ ਬੇਨਤੀਆਂ ਕਰੇ ਕਿ ਤੁਸੀਂ ਛਕੋ, ਮੇਰੇ ਤੇ ਮਹਾਂਪੁਰਖੋ ਕਿਰਪਾ ਕਰੋ, ਬੇਨਤੀਆਂ ਕਰੇ। ਤੇ ਦੂਜੇ ਪਾਸੇ ਕੋਈ ਨਿੰਦਕ ਮਨੁੱਖ, ਜਿਹੜਾ ਮਹਾਂਪੁਰਖਾਂ ਨਾਲ ਈਰਖਾ ਕਰਦਾ ਹੋਵੇ, ਉਹ ਸਾਧ ਸੰਗਤ ਉਹਨਾਂ ਨੂੰ ਮਾਰਨ ਵਾਸਤੇ ਤਲਵਾਰ ਕੱਢ ਕੇ ਸਿਰ ਤੇ ਖੜਾ ਹੋਵੇ ਕਿ ਸਾਧ ਨੇ ਪਖੰਡ ਕੀਤਾ, ਲੋਕਾਂ ਨੂੰ ਵੀ ਆਪਣੇ ਪਿੱਛੇ ਲਾਈ ਫਿਰਦਾ, ਗਾਲਾਂ ਕੱਢ ਰਿਹਾ ਹੋਵੇ। ਇੱਕ ਪਾਸੇ ਤਾਂ ਸੇਵਕ ਖੜਾ ਹੈ, ਦੂਜੇ ਪਾਸੇ ਦੋਖੀ ਖੜਾ ਹੈ, ਨਿੰਦਕ। ਮਹਾਂਪੁਰਖ ਸਤਿਗੁਰੂ ਕਹਿੰਦੇ, ਦੋਹਾਂ ਤੇ ਇੱਕੋ ਜਿਹੀ ਨਿਗਾਹ ਰੱਖਦੇ। ਆਪਣੇ ਸੇਵਕ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ ਤੇ ਸਾਧ ਸੰਗਤ ਕਿਸੇ ਨਿੰਦਕ ਨੂੰ ਦੇਖ ਕਰਕੇ ਉਹਨਾਂ ਦੇ ਮਨ ਅੰਦਰ ਉਦਾਸੀ ਨਹੀਂ ਹੁੰਦੀ, ਨਿਰਾਸ਼ਤਾ ਨਹੀਂ ਹੁੰਦੀ। ਇਸ ਤਰ੍ਹਾਂ ਸੰਤ ਗਿਆਨੀ ਭੋਲਾ ਸਿੰਘ ਮਹਾਂਪੁਰਖ, ਤਰਨ ਤਾਰਨ ਬੰਗਾ ਸਾਹਿਬ ਵਾਲੇ, ਸ੍ਰੀ ਦਰਬਾਰ ਸਾਹਿਬ ਜਾਇਆ ਕਰਦੇ। ਬਜ਼ੁਰਗ ਅਵਸਥਾ ਮਹਾਂਪੁਰਖਾਂ ਦਾ ਸੰਗਤਾਂ ਬੜਾ ਸਤਿਕਾਰ ਕਰਿਆ ਕਰਦੇ। ਮਹਾਂਪੁਰਖ ਸੰਤ ਭਾਈ ਵੀਰ ਸਿੰਘ ਜੀ ਦੇ ਨਾਲ ਇਹਨਾਂ ਦੇ ਆਮ ਵਿਚਾਰ ਹੁੰਦੇ। ਇੱਕ ਦਿਨ ਮਹਾਂਪੁਰਖ ਕਹਿਣ ਲੱਗੇ ਕਿ ਮੈਨੂੰ ਇਸ ਥਾਂ ਤੇ ਬਹੁਤ ਅੜਚਨਾ ਆਉਣਾ ਕੀਤੀ। ਜਦੋਂ ਮੈਂ ਸ੍ਰੀ ਦਰਬਾਰ ਸਾਹਿਬ ਆਉਂਦਾ, ਜਿਹੜੇ ਤਾਂ ਮੈਨੂੰ ਜਾਣਦੇ ਸਨ, ਮੇਰੇ ਨਾਲ ਪ੍ਰੇਮ ਰੱਖਦੇ ਸੀ, ਉਹ ਸਾਰੇ ਹੀ ਮੈਨੂੰ ਫਤਿਹ ਬੁਲਾ ਕੇ ਨਮਸਕਾਰ ਕਰਕੇ ਜਾਂਦੇ। ਪਰ ਦੂਜੇ ਪਾਸੇ ਜਿਨ੍ਹਾਂ ਨੂੰ ਮੇਰੇ ਬਾਰੇ ਕੋਈ ਪਤਾ ਨਹੀਂ ਸੀ,
ਉਹ ਦੂਰ ਦੀ ਲੰਘ ਜਾਇਆ ਕਰਨਗੇ। ਮੈਂ ਦੇਖਿਆ ਕਿ ਜਿਹੜਾ ਮੇਰਾ ਮਨ ਹੈ, ਜਿਹੜੇ ਤਾਂ ਮੈਨੂੰ ਸਤਿਕਾਰ ਦਿੰਦੇ ਨੇ ਉਹਨਾਂ ਦੇ ਪ੍ਰਤੀ ਹੋਰ ਵਿਵਹਾਰ ਕਰਦਾ ਹੈ, ਖੁਸ਼ ਹੁੰਦਾ ਹੈ ਮਿਲ ਕਰਕੇ, ਤੇ ਜਿਹੜੇ ਦੂਰੋਂ ਲੰਘ ਜਾਂਦੇ ਨੇ, ਨਮਸਕਾਰ ਨਹੀਂ ਕਰਦੇ, ਫਤਿਹ ਨਹੀਂ ਬੁਲਾਉਂਦੇ, ਉਹਨਾਂ ਨਾਲ ਮਨ ਥੋੜਾ ਨਾਰਾਜ਼ ਹੁੰਦਾ ਹੈ। ਇਸ ਅੜਚਨਾ ਵਿੱਚੋਂ ਨਿਕਲਣ ਵਾਸਤੇ ਮਹਾਂਪੁਰਖ ਕਹਿੰਦੇ ਮੈਂ 6 ਮਹੀਨੇ ਲਗਾਤਾਰ ਜਾਪ ਕੀਤਾ। ਬਾਣੀ ਸੇਵਾ ਸਿਮਰਨ ਦਾ ਪਹਿਲਾਂ ਵੀ ਪੜ੍ਹਿਆ ਕਰਦੇ ਸਨ, ਕਰਿਆ ਕਰਦੇ ਸਨ, ਪਰ ਵੱਖਰਾ ਇੱਕ ਨੇਮ ਬਣਾ ਕਰਕੇ ਇਸ ਅੜਚਨਾ ਵਿੱਚੋਂ ਨਿਕਲਣ ਵਾਸਤੇ ਕਹਿੰਦੇ ਬਹੁਤ ਮਿਹਨਤ ਕੀਤੀ। ਤੇ ਹੁਣ ਐਸੀ ਅਵਸਥਾ ਹੈ ਕਿ ਭਾਵੇਂ ਕੋਈ ਬੁਲਾਵੇ ਨਾ ਬੁਲਾਵੇ, ਆਪਣੇ ਆਨੰਦ ਵਿੱਚ ਮਸਤ ਰਹੀਦਾ। ਪਰਮੇਸ਼ਰ ਦੇ ਪਿਆਰਿਆਂ ਦੀ ਇਹ ਹਾਲਤ ਹੈ। ਸਹਿਜ ਸੀਰ ਸੰਤਮ ਸਮ ਮਿੱਤਰ ਸਤੁਰਜਨ ਹੈ, ਨਾਨਕ ਬਿਨ ਸਦ ਬਲਿਹਾਰਨ ਬਿਨਾ ਧਿਆਨ ਪਾਰ ਬਣਾ। ਮਾਰੇ ਕਹਿੰਦੇ ਉਹਨਾਂ ਦਾ ਪਰਮੇਸ਼ਰ ਦੇ ਨਾਲ ਧਿਆਨ ਜੁੜਿਆ ਹੁੰਦਾ ਹੈ, ਸਾਧ ਸੰਗਤ। ਸੋ ਜਿਹੜੇ ਮਹਾਂਪੁਰਖ ਨੇ ਉਹਨਾਂ ਦੇ ਕੋਲੋਂ ਹੀ ਪਰਮੇਸ਼ਰ ਦੀ ਯਾਦ ਪ੍ਰਾਪਤ ਹੁੰਦੀ ਹੈ, ਜੀਵਨ ਨੂੰ ਆਪਣਾ ਗਿਆਨ ਪ੍ਰਾਪਤ ਹੁੰਦਾ ਹੈ। ਭਾਵੇਂ ਅਸੀਂ ਇਹ ਗੱਲ ਸੁਣਦੇ ਤਾਂ ਹਾਂ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪ੍ਰਸਾਦ, ਮਨ ਹਰ ਦੀ ਤੇਰੇ ਨਾਲ ਹੈ, ਹਰ ਰੰਗੀ ਰਤਮਾਨ। ਸਾਡੇ ਅੰਦਰ ਪਰਮਾਤਮਾ ਦੀ ਜੋਤ ਹੈ ਤੇ ਗੁਰੂ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਨੇ ਕਿ ਤੂੰ ਆਪਣੇ ਉਸ ਮੂਲ ਨੂੰ ਪਛਾਣਨਾ ਕਰ। ਪਰਮਾਤਮਾ ਸਦਾ ਤੇਰੇ ਨਾਲ ਹੈ, ਉਸ ਨਾਲ ਮਿਲ ਕੇ ਸੁਖ ਸਰੂਪ ਹੋ ਜਾ। ਪਰ ਫਿਰ ਵੀ ਸਾਧ ਸੰਗਤ ਜੋ ਮਨ ਹੈ ਨਾ, ਉਹ ਭਟਕਦਾ ਰਹਿੰਦਾ ਹੈ, ਉਸ ਨੂੰ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਸਮੇਂ ਲਾਹੌਰ ਵਿੱਚ ਗਏ ਨੇ, ਇਹਦੇ ਗੁਰਮੁਖ ਜੋ ਆਏ ਨੇ ਸੰਤਾਂ ਦੀ, ਸਾਧੂਆਂ ਦੀ ਬੜੀ ਸੇਵਾ ਕਰਦਾ ਸੀ। ਗੁਰੂ ਮਹਾਰਾਜ ਦਾ ਸਿੱਖ ਸੀ। ਸਤਿਗੁਰੂ ਜੀ ਇਹਦੇ ਕੋਲ ਰੁਕੇ, ਇਸ ਨੇ ਬੜੀ ਸੇਵਾ ਕੀਤੀ ਔਰ ਬੇਨਤੀ ਕੀਤੀ, ਮਹਾਰਾਜ ਜਦੋਂ ਵੀ ਮੇਰੇ ਕੋਲ ਕੋਈ ਸਾਧੂ ਕੋਈ ਸੰਤ ਆਉਂਦਾ, ਮੈਂ ਉਸ ਨੂੰ ਪ੍ਰਸ਼ਨ ਕਰਦਾ ਕਿ ਸੰਤਾਂ ਦੀ ਸੰਗਤ ਦਾ ਕੀ ਫਲ ਹੈ, ਪਰ ਅਜੇ ਤੱਕ ਮੇਰੀ ਤਸੱਲੀ ਨਹੀਂ ਹੋਈ। ਬੜਿਆਂ ਨੇ ਮੈਨੂੰ ਕਈ ਤਰ੍ਹਾਂ ਦੇ ਨਾਲ ਆਪਣੀ ਵਿਦਵਤਾ ਅਨੁਸਾਰ, ਆਪਣੇ ਗਿਆਨ ਅਨੁਸਾਰ, ਆਪਣੇ ਅਨੁਭਵ ਅਨੁਸਾਰ ਸਮਝਾਇਆ, ਜਵਾਬ ਦਿੱਤਾ, ਪਰ ਮੇਰੀ ਤਸੱਲੀ ਨਹੀਂ ਹੋਈ। ਕਹਿੰਦਾ ਮਹਾਰਾਜ ਤੁਸੀਂ ਮੈਨੂੰ ਦੱਸੋ ਕਿ ਸੰਤਾਂ ਦੀ ਸੰਗਤ ਦਾ ਕੀ ਫਲ ਹੈ। ਗੁਰੂ ਮਹਾਰਾਜ ਕਹਿੰਦੇ ਭਾਈ ਇੱਧਰੋਂ ਫਲਾਨੀ ਦਿਸ਼ਾ ਵਿੱਚ 2 ਮੀਲ ਦੇ ਕਰਕੇ ਜਾਵੀਂ, ਕੱਲ ਨੂੰ ਇੱਕ ਬੜਾ ਪਿੱਪਲ ਦਾ ਭਾਰੀ ਰੁੱਖ ਹੈ, ਉਸ ਰੁੱਖ ਹੇਠਾਂ ਬੈਠੇਗਾ, ਤੈਨੂੰ ਆਪਣੇ ਪ੍ਰਸ਼ਨ ਦਾ ਉੱਤਰ ਮਿਲ ਜਾਵੇਗਾ। ਸਤਿਗੁਰਾਂ ਦਾ ਹੁਕਮ ਮੰਨ ਕਰਕੇ ਇਹ ਸਾਧ ਸੰਗਤ ਦੂਸਰੇ ਦਿਨ ਉਸ ਦਿਸ਼ਾ ਵਿੱਚ ਉਸ ਥਾਂ ਤੇ ਪਹੁੰਚਿਆ। ਬੈਠਣਾ ਕੀਤਾ, ਉਡੀਕ ਕੀਤੀ, ਆਸੇ ਪਾਸੇ ਦੇਖਿਆ, ਇਸ ਨੂੰ ਕੁਝ ਨਜ਼ਰ ਨਾ ਆਇਆ। ਪਰ ਉਸ ਪਿੱਪਲ ਤੇ ਇੱਕ ਕਾਂ ਤੇ ਕੌਣੀ ਰਹਿੰਦੇ ਸਨ। ਉਹਨਾਂ ਨੇ ਜਦੋਂ ਇਸ ਵੱਲ ਨਜ਼ਰ ਮਾਰੀ, ਦੇਖਿਆ ਕਿ ਇਸ ਨੂੰ ਧਿਆਨ ਦੇ ਨਾਲ, ਇਤਿਹਾਸ ਕਹਿੰਦਾ ਉਹ ਬਗਲਾ ਬਗਲੀ ਬਣ ਗਈ। ਇਹ ਇਤਿਹਾਸਕ ਬੋਲ ਨੇ, ਪਰ ਇਸ ਨੂੰ ਕੋਈ ਪਤਾ ਨਾ ਲੱਗਿਆ ਤੇ ਵਾਪਸ ਆ ਗਿਆ।
ਗੁਰੂ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਮੈਨੂੰ ਤਾਂ ਉੱਥੇ ਕੋਈ ਵੀ ਨਹੀਂ ਮਿਲਿਆ। ਮਹਾਰਾਜ ਕਹਿੰਦੇ ਭਾਈ ਫਿਰ ਤੂੰ ਕੱਲ ਨੂੰ ਚਲਿਆ ਜਾਵੀਂ। ਅਗਲੇ ਦਿਨ ਫਿਰ ਸਤਿਗੁਰਾਂ ਤੋਂ ਆਗਿਆ ਲੈ ਕੇ ਉਸੇ ਥਾਂ ਤੇ ਪਹੁੰਚਿਆ। ਆਸੇ ਪਾਸੇ ਚੰਗੀ ਤਰ੍ਹਾਂ ਬਹੁਤ ਨਾਲ ਤੱਕਿਆ, ਨਿਗਾਹ ਮਾਰੀ ਕਿ ਸੋਚਿਆ ਵੀ ਕੁਝ ਸਮਾਂ ਬੈਠ ਕੇ ਉਡੀਕ ਕਰਦੇ ਆ, ਉਡੀਕ ਕਰਦਾ ਰਿਹਾ, ਪਰ ਫਿਰ ਵੀ ਕੋਈ ਨਾ ਮਿਲਿਆ। ਪਹਿਲੇ ਦਿਨ ਜਿਹੜੇ ਕਾਂ ਤੇ ਕੌਣੀ ਬਗਲਾ ਬਗਲੀ ਬਣੇ ਸਨ, ਉਹ ਹੰਸ ਹੰਸਣੀ ਬਣ ਗਏ। ਇਹਨੂੰ ਦੇਖ ਲਿਆ, ਪਰ ਇਹਨੂੰ ਕੋਈ ਪਤਾ ਨਾ ਲੱਗਿਆ ਸਾਧ ਸੰਗਤ ਕਿ ਇਹ ਵਾਪਸ ਆ ਗਿਆ। ਕੁਝ ਧੀਰਜ ਵਾਲਾ ਮਨੁੱਖ ਸੀ, ਜਿਹੜਾ ਸੰਤਾਂ ਦੀ, ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਦਾ ਹੋਵੇ, ਉਹਦੇ ਵਿੱਚ ਗੁਣ ਤਾਂ ਹੁੰਦੇ ਨੇ। ਧੀਰਜ ਵਾਲਾ ਮਨੁੱਖ ਸੀ, ਇਸ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਅੱਜ ਫਿਰ ਮੈਨੂੰ ਕੁਝ ਨਹੀਂ ਮਿਲਿਆ। ਸਤਿਗੁਰੂ ਕਹਿੰਦੇ ਤੀਸਰਾ ਬਚਨ ਮੰਨ ਕੇ ਕੱਲ ਨੂੰ ਵੀ ਚਲਿਆ ਜਾਵੇ। ਇਹ ਸਾਧ ਸੰਗਤ ਇਹ ਸਤਿਗੁਰਾਂ ਤੋਂ ਆਗਿਆ ਲੈ ਕੇ ਤੀਜੇ ਦਿਨ ਫੇਰ ਗਿਆ। ਜਦੋਂ ਉਸ ਥਾਂ ਤੇ ਪਹੁੰਚਿਆ, ਪਿੱਪਲ ਦੇ ਹੇਠਾਂ ਬੈਠਾ, ਇਸ ਨੇ ਆਵਾਜ਼ਾਂ ਵੀ ਲਾਉਣਾ ਕੀਤੀਆਂ। ਉਸ ਸਮੇਂ ਜਿਹੜੇ ਉਹ ਬਗਲਾ ਬਗਲੀ ਹੰਸ ਹੰਸਣੀ ਬਣੇ ਸਨ ਨਾ, ਉਹ ਮਨੁੱਖ ਤੇ ਇਸਤਰੀ ਬਣ ਗਏ। ਇਹਦੇ ਕੋਲ ਤੁਰ ਕੇ ਆਏ। ਇਹ ਕਹਿਣ ਲੱਗਿਆ ਵੀ ਮੈਂ ਤਾਂ ਪਰਸੋਂ ਤੋਂ ਆ ਰਿਹਾ, ਮੇਰੇ ਅੰਦਰ ਇੱਕ ਸਵਾਲ ਹੈ, ਸੰਤਾਂ ਦੀ ਸੰਗਤ ਕਰਨ ਦਾ ਕੀ ਫਲ ਹੁੰਦਾ? ਤਾਂ ਉਸ ਸਮੇਂ ਉਹ ਕਹਿਣ ਲੱਗੇ ਤੈਨੂੰ ਹਜੇ ਤੱਕ ਇਸ ਦੀ ਸਮਝ ਨਹੀਂ ਪਈ? ਕਹਿੰਦਾ ਮੈਨੂੰ ਤਾਂ ਕੋਈ ਉੱਤਰ ਦਿੱਤਾ ਹੀ ਨਹੀਂ ਤੁਸੀਂ। ਉਸ ਸਮੇਂ ਜਿਹੜਾ ਪੁਰਸ਼ ਸੀ ਉਹ ਕਹਿਣ ਲੱਗਿਆ ਜਦੋਂ ਤੂੰ ਪਹਿਲੇ ਦਿਨ ਆਇਆ ਸੀ, ਅਸੀਂ ਕਾਂ ਕੌਣੀ ਦੀ ਜੋੜ ਵਿੱਚ ਸੀ, ਤੇਰੇ ਦਰਸ਼ਨ ਕਰਕੇ ਅਸੀਂ ਬਗਲਾ ਬਗਲੀ ਬਣ ਗਏ। ਦੂਜੇ ਦਿਨ ਆਇਆ, ਅਸੀਂ ਬਗਲਾ ਬਗਲੀ ਤੋਂ ਹੰਸ ਹੰਸਣੀ ਬਣ ਗਏ। ਹੁਣ ਤੀਜੇ ਦਿਨ ਦੇ ਦਰਸ਼ਨ ਕੀਤੇ ਨੇ ਤਾਂ ਦੇਖ ਅਸੀਂ ਪੁਰਸ਼ ਇਸਤਰੀ ਬਣ ਗਏ, ਸਾਨੂੰ ਮਨੁੱਖਾ ਜਾਮਾ ਮਿਲ ਗਿਆ। ਚੱਲ ਜਿਨ੍ਹਾਂ ਮਹਾਂਪੁਰਖਾਂ ਦੇ ਤੂੰ ਦਰਸ਼ਨ ਕਰਕੇ ਆਇਆ, ਤੂੰ ਪੂਰਨ ਸੰਤ ਨੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਤੇ ਤੇਰੇ ਦਰਬਾਰ ਨਾ ਭਰਿਆ। ਇਸ ਦੇ ਨਾਲ ਚੱਲ ਕਰਕੇ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਇਸਦੇ ਘਰ ਰੁਕੇ ਸਨ, ਉੱਥੇ ਆਏ, ਦਰਸ਼ਨ ਕੀਤੇ ਔਰ ਸਾਰੀ ਵਿਚਾਰ ਸਤਿਗੁਰਾਂ ਨੂੰ ਦੱਸੀ। ਮਹਾਰਾਜ ਕਹਿੰਦੇ ਭਾਈ ਅਸੀਂ ਤੈਨੂੰ ਸਮਝਾਉਣ ਵਾਸਤੇ ਇਹ ਉੱਤਰ ਦਿੱਤਾ ਹੈ, ਕਿਉਂਕਿ ਜਿਹੜਾ ਕਾਂ ਹੁੰਦਾ ਹੈ ਨਾ, ਉਹਦਾ ਸੁਭਾਅ ਹੁੰਦਾ ਹੈ ਗੰਦਗੀ ਚੁੰਝ ਮਾਰਨੀ, ਗੰਦੀ ਥਾਂ ਤੇ ਜਾ ਕੇ ਬੈਠਣਾ। ਉਹ ਬਾਹਰੋਂ ਵੀ ਕਾਲਾ ਹੁੰਦਾ ਹੈ, ਕਿਸੇ ਨੂੰ ਚੰਗਾ ਨਹੀਂ ਲੱਗਦਾ, ਹਰ ਸਮੇਂ ਰੌਲਾ ਪਾਵੇ, ਕਿਸੇ ਨੂੰ ਚੰਗਾ ਨਹੀਂ ਲੱਗਦਾ। ਜਿਹੜਾ ਕਾਂ ਦਾ ਸੁਭਾਅ ਹੈ ਬਾਹਰੋਂ ਵੀ ਕਾਲਾ ਹੈ ਤੇ ਅੰਦਰੋਂ ਵੀ ਕਾਲਾ ਹੈ। ਪਰ ਦੂਜੇ ਨੰਬਰ ਤੇ ਹੈ ਬਗਲਾ, ਉਹ ਬਾਹਰੋਂ ਚਿੱਟਾ ਲੱਗਦਾ ਹੈ। ਜਦੋਂ ਛਪੜੀ ਦੇ ਕਿਨਾਰੇ ਤੇ ਬਗਲਾ ਬੈਠਦਾ ਹੈ ਨਾ, ਸਾਧ ਸੰਗਤ ਇੱਕ ਲੱਤ ਤਾਂ ਕਰਕੇ ਅੱਖਾਂ ਥੋੜੀਆਂ ਜਿਹੀਆਂ ਬੰਦ ਕਰ ਲੈਂਦਾ ਹੈ। ਦੇਖਣ ਵਾਲੇ ਨੂੰ ਲੱਗਦਾ ਇਹ ਬੜਾ ਭਗਤ ਜਨਮ ਹੋਇਆ, ਪੰਛੀ ਹੈ, ਇਹ ਬੜਾ ਭਗਤ ਹੈ। ਪਰ ਉਹ ਦੇਖਣ ਨੂੰ ਹੀ ਚੰਗਾ ਲੱਗਦਾ ਹੈ। ਜਦੋਂ ਕੋਈ ਮੱਛੀ ਡੱਡੀ ਉਹਦੇ ਨੇੜੇ ਆ ਜਾਂਦੀ ਹੈ, ਉਸੇ ਸਮੇਂ ਝਪਟ ਮਾਰ ਕੇ ਖਾ ਲੈਂਦਾ, ਕਿਉਂਕਿ ਉਹਦੇ ਅੰਦਰ ਮੈਲ ਹੈ। ਉਹ ਬਾਹਰੋਂ ਚਿੱਟਾ ਹੈ, ਦੇਖਣ ਨੂੰ ਸੋਹਣਾ ਲੱਗਦਾ ਹੈ, ਪਰ ਅੰਦਰ ਉਹਦੇ ਮੈਲ ਹੈ। ਅੰਦਰੋਂ ਡੱਡੀਆਂ ਨੂੰ, ਮੱਛੀਆਂ ਨੂੰ ਖਾਣ ਦੀ ਇੱਛਾ ਹੁੰਦੀ। ਤੀਜੇ ਨੰਬਰ ਤੇ ਹੈ ਹੰਸ। ਜਿਹੜੇ ਹੰਸ ਨੇ ਉਹਨਾਂ ਦਾ ਸੁਭਾਅ ਹੁੰਦਾ ਹੈ, ਉਹ ਬਾਹਰੋਂ ਵੀ ਚਿੱਟੇ ਹੁੰਦੇ ਨੇ, ਸੋਹਣੇ ਲੱਗਦੇ ਨੇ, ਪਰ ਹੀਰੇ ਮੋਤੀ ਖਾਂਦੇ।
ਹੰਸਾ ਹੀਰਾ ਮੋਤੀ ਖਾਣਾ, ਬੱਗਾ ਡੱਡਾ ਭਾਲਣ ਜਾਵੇ। ਗੁਰਬਾਣੀ ਨੇ ਵੀ ਸਾਨੂੰ ਨਾਲ ਨਾਲ ਸਮਝਾਇਆ ਹੈ ਕਿ ਜਿਵੇਂ ਹੰਸ ਹੀਰੇ ਮੋਤੀ ਖਾਂਦੇ, ਜੇ ਦੁੱਧ ਵਿੱਚ ਕੰਜ ਪਾ ਦੇਣ ਤਾਂ ਪਾਣੀ ਦੇ ਫੁੱਟ ਵੱਖੋ ਵੱਖਰੇ ਕਰ ਦਿੰਦੇ ਨੇ, ਫੁੱਟ ਖਾ ਲੈਂਦੇ ਨੇ, ਪਾਣੀ ਛੱਡ ਦਿੰਦੇ ਨੇ। ਸਤਿਗੁਰੂ ਮਹਾਰਾਜ ਦੇ ਤਿੰਨ ਪੰਛੀ ਨੇ, ਤਿੰਨਾਂ ਦੇ ਵੱਖੋ ਵੱਖਰੇ ਸੁਭਾਅ। ਜਿਹੜਾ ਕਾਂ ਹੈ ਉਹ ਅੰਦਰੋਂ ਵੀ ਕਾਲਾ ਹੈ, ਬਾਹਰੋਂ ਵੀ ਕਾਲਾ ਹੈ। ਇਸ ਤਰ੍ਹਾਂ ਹੀ ਦੁਨੀਆ ਵਿੱਚ ਪਹਿਲਾ ਮਨੁੱਖ ਹੁੰਦਾ ਹੈ, ਬਾਹਰੋਂ ਵੀ ਉਹਦਾ ਸੁਭਾਅ ਹੁੰਦਾ ਹੈ ਕਾਲਾ, ਭਾਵ ਕਿ ਉਹਦਾ ਦੇਖਣਾ ਸੁਣਨਾ, ਉਹਦਾ ਬੈਠਣਾ, ਉਹਦੀਆਂ ਗੱਲਾਂ ਕਰਨੀਆਂ ਸਾਰੀਆਂ ਮਾੜੀਆਂ ਹੁੰਦੀਆਂ। ਗੰਦੀਆਂ ਥਾਵਾਂ 'ਤੇ ਬੈਠਦੇ ਨੇ, ਜੂਏ ਖੇਡਦੇ ਨੇ, ਤੇ ਫਿਰ ਉਹਨਾਂ ਦਾ ਖਾਣਾ ਪੀਣਾ ਵੀ ਉਹੋ ਜਿਹਾ ਹੀ ਹੁੰਦਾ ਹੈ। ਸਾਧ ਸੰਗਤ ਮੂੰਹ ਤੋਂ ਨਿੰਦਿਆ ਕਰਦੇ ਨੇ, ਤੇ ਫਿਰ ਉਹਨਾਂ ਦੇ ਅੰਦਰਲੀ ਹਾਲਤ ਵੀ ਇਹੀ ਹੁੰਦੀ ਹੈ, ਉਹਨਾਂ ਦੀ ਸੋਚ ਕੋਈ ਬਹੁਤੀ ਚੰਗੀ ਨਹੀਂ ਹੁੰਦੀ। ਉਹ ਹੈ ਕਾਮਾਂ ਵਾਲਾ ਸੁਭਾਅ। ਮਨੁੱਖ ਨੂੰ ਸਤਿਗੁਰਾਂ ਨੇ ਪੰਛੀਆਂ ਦੇ ਨਾਲ ਤੁਲਨਾ ਦਿੱਤੀ ਕਿ ਦੇਖ ਜਿਵੇਂ ਕਾਂ ਦਾ ਸੁਭਾਅ ਹੁੰਦਾ ਹੈ, ਗੰਦਗੀ ਵਾਲੀ ਥਾਂ ਤੇ ਬੈਠਦਾ ਹੈ, ਗੰਦਗੀ ਖਾਂਦਾ ਹੈ, ਬਾਹਰੋਂ ਵੀ ਕਾਲਾ ਹੈ। ਇਸ ਤਰ੍ਹਾਂ ਮਨੁੱਖ ਬਾਹਰੋਂ ਵੀ ਵਿਸ਼ੇ ਭੋਗਦਾ ਹੈ, ਮਾੜੀਆਂ ਥਾਵਾਂ ਤੇ ਬੈਠਦਾ ਹੈ, ਤੇ ਅੰਦਰੋਂ ਵੀ ਕਾਲਤ ਲੱਗੀ ਹੋਈ ਹੈ ਜਨਮਾਂ ਜਨਮਾਂ ਦੀ। ਜਦੋਂ ਥੋੜੀ ਜਿਹੀ ਸੋਝੀ ਹੋਈ, ਮਹਾਂਪੁਰਖਾਂ ਦੀ ਸੰਗਤ ਕੀਤੀ, ਫਿਰ ਸਮਝ ਪੈ ਗਈ ਇਹ ਗਲਤ ਹੈ, ਮੈਂ ਥੋੜਾ ਜਿਹਾ ਸੁਧਰ ਜਾ। ਫਿਰ ਉਹ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੰਦਾ ਹੈ, ਫਿਰ ਉਹ ਨਕਲ ਕਰਦਾ ਹੈ, ਨਕਲ ਕਰਦਾ ਹੈ ਪਰਮਾਤਮਾ ਦੇ ਪਿਆਰਿਆਂ ਦੀ, ਭਾਵ ਕਿ ਉਤੋਂ ਲਿਬਾਸ ਬਣਾ ਲਿਆ, ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਗੁਰੂ ਘਰੇ ਆਉਣਾ ਸ਼ੁਰੂ ਕਰ ਦਿੱਤਾ, ਆਪਣੇ ਆਪ ਨੂੰ ਧਰਮੀ ਕਹਾ ਲੈਂਦਾ। ਕੇਵਲ ਉਹ ਬਾਹਰੀ ਮਾਤਰ ਧਰਮ ਧਾਰਨ ਕਰਦਾ ਹੈ, ਅੰਦਰੋਂ ਅਜੇ ਨਹੀਂ ਸੁਧਰਦਾ। ਪਹਿਲਾਂ ਉਹ ਆਪਣੇ ਆਪ ਨੂੰ ਬਾਹਰੋਂ ਬਦਲਦਾ ਹੈ, ਸਮਾਂ ਲੰਘਦਾ ਹੈ, ਉਹਦਾ ਸੁਭਾਅ ਬਣ ਜਾਂਦਾ ਬਗਲੇ ਵਰਗਾ। ਜਿਵੇਂ ਬਗਲਾ ਅੰਦਰੋਂ ਤਾਂ ਕਾਲਾ ਹੀ ਹੁੰਦਾ ਹੈ ਨਾ, ਅੰਦਰੋਂ ਤਾਂ ਉਹਦੀ ਇੱਛਾ ਹੁੰਦੀ ਹੈ ਵੱਡੀਆਂ ਮੱਛੀਆਂ ਖਾਵਾਂ, ਅੰਦਰੋਂ ਤਾਂ ਇਹੀ ਚਾਹੁੰਦਾ ਹੈ ਮੈਂ ਵਿਸ਼ੇ ਭੋਗੀ ਜਾਵਾਂ, ਮੈਨੂੰ ਆਹ ਚੀਜ਼ ਮਿਲੇ, ਉਹ ਮਿਲ ਜੇ, ਜਾਂ ਮਾੜਾ ਸੋਚੀ ਜਾਣਾ ਵੀ ਇਹ ਇੰਨੀ ਸੇਵਾ ਕਰਦਾ ਹੈ, ਇਹ ਤਾਂ ਸੇਵਾ ਕਰਦਾ ਹੋਵੇਗਾ, ਇਹਨੂੰ ਆਹ ਚੀਜ਼ ਚਾਹੀਦੀ ਹੈ, ਆਹੀ ਸੋਚੀ ਜਾਂਦਾ। ਅੰਦਰੋਂ ਉਹ ਕਾਲੇ ਹੁੰਦੇ ਨੇ, ਬਾਹਰੋਂ ਦੇਖਣ ਨੂੰ ਬੜੇ ਭਗਤ ਲੱਗਦੇ। ਪਰ ਇਹ ਦੂਜੀ ਸਟੇਜ ਹੈ। ਹੌਲੀ ਹੌਲੀ ਸੰਗਤ ਕਰਦਿਆਂ, ਨਾਮ ਜਪਦਿਆਂ, ਸੇਵਾ ਸਿਮਰਨ ਕਰਦਿਆਂ ਜਿਹੜੀ ਅੰਦਰਲੀ ਮੈਲ ਹੈ ਉਹ ਵੀ ਧੋਤੀ ਜਾਂਦੀ ਹੈ, ਫਿਰ ਹੰਸ ਬਣ ਜਾਂਦਾ। ਬਾਹਰੋਂ ਤਾਂ ਸੁਧਰ ਹੀ ਗਿਆ ਸੀ, ਫਿਰ ਅੰਦਰਲੀ ਸਫਾਈ ਹੋ ਜਾਂਦੀ ਹੈ। ਅੰਦਰੋਂ ਗੁਰੂ ਦੀ ਸੰਗਤ ਕਰਦਿਆਂ ਹਿਰਦੇ 'ਚ ਵਿਰਾਗ ਪੈਦਾ ਹੋ ਜਾਂਦਾ, ਪਰਮੇਸ਼ਰ ਦਾ ਪ੍ਰੇਮ ਪੈਦਾ ਹੋ ਜਾਂਦਾ। ਇਹ ਹੀਰੇ ਮੋਤੀ ਨੇ। ਇਸ ਲਈ ਮਹਾਰਾਜ ਨੇ ਬਚਨ ਕੀਤੇ ਨਾ, ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਕਰ ਕੀ ਸਿੱਖ ਸੁਣੀ। ਜੇ ਤੂੰ ਗੁਰੂ ਦੀ ਇੱਕ ਸਿੱਖਿਆ ਨੂੰ ਕਮਾ ਲੈਣਾ ਬੰਦਿਆ, ਤਾਂ ਤੇਰੇ ਹਿਰਦੇ ਵਿੱਚ, ਤੇਰੀ ਮੱਤ ਦੇ ਵਿੱਚ ਹੀਰੇ ਮੋਤੀ ਜਵਾਹਰ ਪੈਦਾ ਹੋ ਜਾਣਾ। ਇੱਕ ਹੀਰਾ ਹੁੰਦਾ, ਉਹਦੀ ਕਿੰਨੀ ਕੀਮਤ ਹੁੰਦੀ ਹੈ, ਇੱਕ ਮੋਤੀ ਹੁੰਦਾ, ਮਾਨਕ ਹੁੰਦਾ, ਪੰਨੇ ਨੇ, ਕਿੰਨੇ ਕਿੰਨੇ ਕੀਮਤ ਦੇ ਨੇ, ਉਹਨਾਂ ਨੂੰ ਕੋਈ ਛੇਤੀ ਖਰੀਦ ਨਹੀਂ ਸਕਦਾ। ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜੇ, ਜਿਹਦੇ ਅੰਦਰ ਵਾਹਿਗੁਰੂ ਦਾ ਵਿਰਾਗ ਹੈ, ਵਾਹਿਗੁਰੂ ਦਾ ਗਿਆਨ ਹੈ, ਉਹ ਕਦੇ ਖਰੀਦੇ ਨਹੀਂ ਜਾਂਦੇ। ਇਹ ਸੰਤਾਂ ਦੀ ਸੰਗਤ ਦਾ ਮੁੱਲ ਹੈ। ਸਾਧ ਸੰਗਤ ਜਿੱਥੇ ਸਤਿਗੁਰੂ ਮਹਾਰਾਜ ਕਹਿੰਦੇ ਕਿ ਭਾਈ ਜੇ ਤੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰੇ, ਗੁਰੂ ਦੀ ਸੰਗਤ ਕਰੇ, ਤਾਂ ਉੱਥੋਂ ਤੈਨੂੰ ਗੁਣ ਪ੍ਰਾਪਤ ਹੋਣਗੇ, ਤੈਨੂੰ ਗਿਆਨ ਪ੍ਰਾਪਤ ਹੋਵੇਗਾ। ਸਾਧ ਸੰਗ ਮੇਰੀਏ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ। ਰਤਨ ਗਿਆਨ ਪ੍ਰਗਟਿਆ ਘਟ ਚਾਨਣ, ਅਗਿਆਨ ਅੰਧੇਰਾ ਜਾਏ। ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਮਿਲਦੇ ਨੇ, ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਚਾਨਣ ਹੋ ਜਾਂਦਾ। ਗੁਰੂ ਦਾ ਸ਼ਬਦ ਰਤਨ ਹੈ ਨਾ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ,
ਸ਼ਬਦ ਰਤਨ ਜਤਨਾ ਲਾਗਾ ਇਹੋ ਹੁਆ ਸਮਾਉ। ਜਿਵੇਂ ਕੋਈ ਗਹਿਣਾ ਉਹਦੇ ਵਿੱਚ ਹੀਰਾ ਕੋਈ ਰਤਨ ਚੜ੍ਹ ਜਾਈਏ ਤੇ ਸਾਧ ਸੰਗਤ ਉਸ ਗਹਿਣੇ ਦੀ ਕੀਮਤ ਕਈ ਗੁਣਾ ਵੱਧ ਜਾਂਦੀ ਹੈ। ਭਾਵੇਂ ਜਿਹੜਾ ਸੋਨਾ ਹੈ ਨਾ, ਅਸੀਂ ਇੱਕ ਹਾਰ ਬਣਾ ਲਈਏ, ਕੋਈ ਗਹਿਣਾ ਬਣਾ ਲਈਏ, ਉਹਦੀ ਕਿੰਨੀ ਕੁ ਕੀਮਤ ਹੋਵੇਗੀ ਜਿਹੜਾ ਸੋਨੇ ਦਾ ਭਾਅ ਹੋਵੇਗਾ, ਸੋਨੇ ਦੀ ਕੀਮਤ। ਪਰ ਜੇ ਉਹਦੇ ਵਿੱਚ ਕੋਈ ਹੀਰਾ ਚੜ੍ਹ ਜਾਈਏ ਤਾਂ ਉਹਦੀ ਕੀਮਤ ਗਹਿਣੇ ਦੀ ਕਈ ਗੁਣਾ ਵੱਧ ਜਾਂਦੀ ਇੱਕ ਹੀਰੇ ਕਰਕੇ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਰਤਨ ਦੀ ਤਰ੍ਹਾਂ ਭਾਈ, ਤੇ ਜੇ ਤੂੰ ਆਪਣੇ ਮਨ ਰੂਪ ਗਹਿਣੇ ਵਿੱਚ ਇਸ ਨੂੰ ਜੜ ਲਵੇਂ ਨਾ ਤੇ ਇਹੀ ਮਨ ਫਿਰ ਅਮੁੱਲਕ ਹੋ ਜਾਵੇ। ਗੁਰੂ ਦਾ ਸ਼ਬਦ ਸਾਨੂੰ ਦੱਸਦਾ ਹੈ ਕਿ ਜੇ ਬੰਦਿਆਂ ਤੂੰ ਬੰਦਗੀ ਕਰਨ ਵਾਸਤੇ ਆਇਆ, ਬੰਦਗੀ ਨੂੰ ਕਰਿਆ ਕਰ, ਨਾਮ ਜਪਿਆ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਸੇਵਾ ਸਿਮਰਨ ਕਰਿਆ ਕਰ। ਕਰੋ ਗਤ ਦਇਆਲ ਸੰਤੋ ਮੋਰੀ। ਇੱਥੇ ਇਹ ਬੇਨਤੀ ਹੈ ਕਿ ਜੇ ਦਇਆ ਦੇ ਘਰ ਸੰਤ ਜਨੋ ਮੇਰੀ ਵੀ ਕਲਿਆਣ ਕਰਨਾ ਕਰੋ, ਮੇਰੇ ਤੇ ਵੀ ਵਾਹਿਗੁਰੂ ਦੀ ਕਿਰਪਾ ਕਰ ਦੇਣਾ ਕਰੋ। ਤੁਮ ਸਮਰੱਥ ਕਾਰਨ ਕਰਨਾ, ਟੂਟੀ ਤੁਮ ਹੀ ਜੋਰੀ। ਤੁਸੀਂ ਸਾਰੇ ਕਾਰਨਾਂ ਨੂੰ ਕਰਨ ਦੇ ਸਮਰੱਥ ਹੋ, ਤੁਸੀਂ ਸਭ ਕੁਝ ਕਰ ਸਕਦੇ ਹੋ। ਦੇਖੋ, ਜੇ ਕੋਈ ਮਹਾਂਪੁਰਖ ਚਾਹੇ ਨਾ ਜਿਹੜਾ ਪਰਮਾਤਮਾ ਨਾਲ ਮਿਲਿਆ ਹੋਵੇ ਤੇ ਸਾਧ ਸੰਗਤ ਉਹ ਟੁੱਟੇ ਨੂੰ ਹੀ ਦੇਲ ਦਿੰਦਾ ਹੈ। ਪਰਮੇਸ਼ਰ ਦੇ ਪਿਆਰਿਆਂ ਦੇ ਜੇ ਤਾਕਤ ਹੁੰਦੀ ਹੈ, ਜੀ ਦਾਨ ਦੇ ਭਗਤੀ ਲਾਏ ਹਰ ਸਿਓ ਲੈਣ ਮਿਲਾਏ। ਲੁਧਿਆਣੇ ਦੇ ਕੋਲ ਸਾਧ ਸੰਗਤ ਇੱਕ ਮਹਾਂਪੁਰਖ ਹੋਏ ਜ਼ਿਮੀਂਦਾਰ ਜੱਟ ਸਨ। ਭਾਈ ਸਾਹਿਬ ਭਾਈ ਗੁਰਮੁਖ ਪਿਆਰੇ ਸੰਤ ਭਾਈ ਵੀਰ ਸਿੰਘ ਜੀ ਨੇ ਇਹਨਾਂ ਦਾ ਜੀਵਨ ਗੁਰਮੁਖ ਸਿੱਖਿਆ ਵਿੱਚ ਲਿਖਿਆ। ਉਹ ਕਹਿੰਦੇ ਇੱਕ ਦਿਨ ਇਹ ਜ਼ਿਮੀਂਦਾਰ ਭਰਾ ਆਪਣੇ ਖੇਤ ਵਿੱਚ ਹਲ ਵਾਹ ਰਿਹਾ ਸੀ ਤੇ ਉਸ ਸਮੇਂ ਇੱਕ ਪੂਰਨ ਮਹਾਂਪੁਰਖ ਇਹਦੇ ਖੇਤ ਦੇ ਵਿੱਚ ਚੱਲ ਕੇ ਆ ਗਏ। ਉੱਥੇ ਕੁਝ ਦਰਖਤ ਲੱਗੇ ਹੋਏ ਸਨ, ਉੱਥੇ ਬੈਠ ਗਏ ਮਹਾਂਪੁਰਖ। ਉਸ ਸਮੇਂ ਇਸ ਜ਼ਿਮੀਂਦਾਰ ਨੇ ਦੇਖਿਆ ਵੀ ਮਹਾਂਪੁਰਖ ਆਏ ਨੇ, ਕੋਈ ਸਮਾਂ ਸੰਗਤੀ ਕਰ ਲਈ, ਇਹਨਾਂ ਨੇ ਪ੍ਰਵਚਨ ਸੁਣ ਲਈ, ਕੁਝ ਭਲਾ ਹੋ ਜਾਵੇ। ਤੇ ਉਸ ਸਮੇਂ ਸਾਧ ਸੰਗਤ ਆ ਕਰਕੇ ਬੈਠ ਗਿਆ ਮਹਾਂਪੁਰਖਾਂ ਦੇ ਕੋਲ। ਮਹਾਂਪੁਰਖ ਕਹਿੰਦੇ ਭਾਈ ਜਲ ਛਕਾ ਦੇ। ਇਹਦੇ ਕੋਲ ਉੱਥੇ ਗਊ ਬੰਨੀ ਹੋਈ ਸੀ। ਇਹਨੇ ਸੋਚਿਆ ਵੀ ਮਹਾਂਪੁਰਖਾਂ ਨੂੰ ਜਲ ਕਿਉਂ, ਕੱਚੀ ਲੱਸੀ ਛਕਾ ਦਿੰਦੇ ਆ। ਉਸੇ ਸਮੇਂ ਦੁੱਧ ਚੋਇਆ, ਥੋੜਾ ਜਿਹਾ ਜਲ ਪਾ ਕੇ ਕੱਚੀ ਲੱਸੀ ਬਣਾ ਦਿੱਤੀ ਤੇ ਮਹਾਂਪੁਰਖਾਂ ਅੱਗੇ ਜਾ ਕੇ ਰੱਖ ਦਿੱਤੀ। ਕਹਿੰਦਾ ਜੀ ਛਕੋ। ਮਹਾਂਪੁਰਖਾਂ ਨੇ ਜਦ ਲੱਸੀ ਛਕੀ ਨਾ ਬੜੇ ਖੁਸ਼ ਹੋਏ। ਕਹਿੰਦੇ ਭਾਈ ਤੈਨੂੰ ਕਿਵੇਂ ਪਤਾ ਸੀ ਕਿ ਮੈਨੂੰ ਪਿਆਸ ਦੇ ਨਾਲ ਭੁੱਖ ਨਹੀਂ ਲੱਗੀ? ਕਿਉਂਕਿ ਜਦੋਂ ਕੱਚੀ ਲੱਸੀ ਛਕਦੇ ਆ ਨਾ ਉਹਦੇ ਨਾਲ ਭੁੱਖ ਵੀ ਮਰ ਜਾਂਦੀ। ਤਾਂ ਉਸ ਸਮੇਂ ਸਾਧ ਸੰਗਤ ਕਹਿਣ ਲੱਗਿਆ ਮਹਾਂਪੁਰਖ ਤੋਂ, ਜਿਹੜੀ ਮੇਰੇ ਕੋਲ ਚੀਜ਼ ਚੰਗੀ ਸੀ, ਮੈਨੂੰ ਚੰਗੀ ਲੱਗੀ ਵੀ ਆਹ ਮਹਾਂਪੁਰਖਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ, ਤੇ ਮੈਂ ਹਾਜ਼ਰ ਕਰ ਦਿੱਤਾ। ਜਦੋਂ ਇਹ ਗੱਲ ਸੁਣੀ ਤਾਂ ਬੜੇ ਹੈਰਾਨ ਹੋਏ। ਕਹਿੰਦੇ ਬਈ ਤੂੰ ਆਪਣੇ ਕੋਲੋਂ ਸਭ ਤੋਂ ਚੰਗੀ ਚੀਜ਼ ਮੈਨੂੰ ਦੇ ਦਿੱਤੀ। ਕਹਿੰਦੇ ਚੱਲ ਕੋਈ ਗੱਲ ਨਹੀਂ, ਹੁਣ ਜਿਹੜੀ ਮੇਰੇ ਕੋਲ ਚੰਗੀ ਚੀਜ਼ ਹੈ ਨਾ ਉਹ ਵੀ ਤੂੰ ਲੈ ਲੈ। ਤਾਂ ਮਹਾਂਪੁਰਖ ਕਹਿਣ ਲੱਗੇ ਵੀ ਹੁਣ ਤੂੰ ਕਹਿ ਵਾਹਿਗੁਰੂ। 3 ਵਾਰ ਉਹਦੇ ਕੋਲੋਂ ਵਾਹਿਗੁਰੂ ਕਹਾਇਆ ਸਾਧ ਸੰਗਤ। ਫਿਰ ਸਿੱਖਿਆ ਦਿੱਤੀ ਕਿ ਹੁਣ ਵਾਹਿਗੁਰੂ ਹੀ ਕਹੀ ਚੱਲੀ। ਤੇ ਉਹ ਜ਼ਿਮੀਂਦਾਰ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਿਆ, ਮੇਰੇ ਅੰਦਰੋਂ ਆਪੇ ਹੀ ਵਾਹਿਗੁਰੂ 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 ਆਵਾਜ਼ ਆਉਣ ਲੱਗ ਪਈ। ਦਿਨ ਬ ਦਿਨ ਰੰਗ ਬਦਲਦੇ ਗਏ। ਫਿਰ ਇਹਦਾ ਸੁਭਾਅ ਬਣ ਗਿਆ ਕਿ ਇਸ ਨੇ ਦਿਨ ਰਾਤ ਨਾਮ ਜਪਦੇ ਰਹਿਣਾ, ਆਪਣੇ ਖੇਤਾਂ 'ਚ ਹੀ ਰਹਿਣਾ। ਤੇ ਉੱਥੇ ਸਾਧ ਸੰਗਤ ਫਿਰ ਜਿਵੇਂ ਅਸੀਂ ਤਾਂ ਚੰਗੀ ਤਰ੍ਹਾਂ ਹਲ ਵਾਹੁੰਦੇ ਹਾਂ, ਜ਼ਮੀਨ ਸਵਾਰਦੇ ਹਾਂ, ਫਿਰ ਬੀਜ ਬੀਜਦੇ ਹਾਂ ਨਾ, ਇਹਨੇ ਇੱਕ ਵਾਰ ਹਲ ਜਿਹਾ ਫੇਰ ਕੇ ਬੀਜ ਬੀਜ ਦੇਣਾ
ਤੇ ਦੂਜਿਆਂ ਨਾਲੋਂ ਵੀ ਚੰਗੀ ਫਸਲ ਹੋਵੇ। ਇਹ ਖੇਤ ਹੀ ਰਿਹਾ ਕਰਦਾ ਸੀ। ਤਾਂ ਉਸ ਸਮੇਂ ਸਾਧ ਸੰਗਤ ਇੰਨਾ ਇਹਦਾ ਪ੍ਰਤਾਪ ਵੱਧ ਗਿਆ, ਨਾਮ ਜਪਣ ਕਰਕੇ ਜਿਹੜੇ ਮੁਖ ਤੋਂ ਬੋਲ ਬੋਲਣੇ ਉਹ ਸੱਤ ਹੋ ਜਾਣੇ। ਲੋਕ ਇਹਦੇ ਕੋਲ ਮਾਨਤਾ ਮੰਨਣ ਲੱਗ ਪਏ। ਪਰ ਇਹ ਨਾਮ ਹੀ ਜਪੀ ਜਾਇਆ ਕਰੇ, ਨਾਮ ਹੀ ਜਪੀ ਜਾਇਆ ਕਰੇ। ਪੰਡਤ ਈਸਰ ਸਿੰਘ ਜੀ ਨਿਰਮਲੇ ਸੰਤ ਮਹਾਂਪੁਰਖ ਹੋਏ ਨੇ, ਬੜੇ ਵਿਦਵਾਨ। ਇਹਨਾਂ ਨੇ 4 ਵੇਦ ਪੜ੍ਹੇ ਹੋਏ ਸਨ, ਹੋਰ ਬੜੇ ਧਾਰਮਿਕ ਗਿਆਨ ਸ਼ਾਸਤਰਾਂ ਪ੍ਰਾਪਤ ਕੀਤਾ। ਤੇ ਮਹਾਂਪੁਰਖਾਂ ਨੂੰ ਜਦੋਂ ਇੱਕ ਸਮੇਂ ਸਾਧ ਸੰਗਤ ਆਪਣੇ ਆਸ਼ਰਮ ਵਿੱਚ ਸਨ, ਪਟਿਆਲੇ ਵਾਲਾ ਰਾਜਾ ਹੀਰਾ ਸਿੰਘ, ਨਾਭੇ ਵਾਲਾ ਰਾਜਾ, ਇਹ ਨਾਭੇ ਵਾਲਾ ਰਾਜਾ ਸਾਧ ਸੰਗਤ ਮਹਾਂਪੁਰਖਾਂ ਦੀ ਬੜੀ ਸੇਵਾ ਕਰਿਆ ਕਰਦਾ, ਧਰਮੀ ਰਾਜਾ ਹੋਇਆ। ਤਾਂ ਇਸ ਨੇ ਪੰਡਤ ਈਸਰ ਸਿੰਘ ਜੀ ਦੇ ਕੋਲ ਆ ਕੇ 1 ਲੱਖ ਰੁਪਇਆ ਲੈ ਕੇ ਆਂਦਾ। ਉਸ ਸਮੇਂ ਕਹਿੰਦਾ ਜੀ ਇਹ ਸੇਵਾ ਵਿੱਚ ਰੱਖ ਦੋ, ਇਸ ਨੂੰ ਲੈ ਕੇ ਲਾ ਦੋ। ਪੰਡਤ ਈਸਰ ਸਿੰਘ ਜੀ ਕਹਿਣ ਲੱਗੇ ਵੀ ਨਹੀਂ, ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ। ਸਰਦਾਰ ਜਿਹੜੇ ਸਨ ਉਹਨਾਂ ਨੇ ਪੰਡਤ ਜੀ ਨੂੰ ਬੇਨਤੀ ਕੀਤੀ ਵੀ ਇਹ ਹੀਰਾ ਸਿੰਘ ਬੜਾ ਦਾਨੀ ਰਾਜਾ ਹੈ, ਤੁਸੀਂ ਇਸ ਦੇ ਕੋਲੋਂ ਇਸ ਦੀ ਮਾਇਆ ਰੱਖ ਲੈਣਾ। ਤਾਂ ਉਸ ਸਮੇਂ ਪੰਡਤ ਜੀ ਕਹਿਣ ਲੱਗੇ ਵੀ ਜੇ ਇਹ ਹੀਰਾ ਸਿੰਘ ਏਡਾ ਦਾਨੀ ਹੈ ਨਾ, ਫਿਰ ਈਸਰ ਸਿੰਘ ਵਰਗਾ ਅੱਜ ਤੱਕ ਦਰਖਤ ਵੀ ਨਹੀਂ ਦੇਖਿਆ ਹੋਵੇ। ਜੇ ਇਹ ਰਾਜਾ ਆਪਣੇ ਮਹਿਲ ਤੋਂ ਲੈ ਕੇ ਇੱਥੇ ਹਰਿਦੁਆਰ ਤੱਕ, ਸਾਡੇ ਆਸ਼ਰਮ ਤੱਕ ਸੋਨੇ ਦੀਆਂ ਮੋਹਰਾਂ ਚਿਣਦੇ ਵੀ ਸਾਰੀਆਂ ਪੰਡਤ ਈਸਰ ਸਿੰਘ ਜੀ ਨੂੰ ਦੇ ਦਿੱਤੀਆਂ ਨੇ, ਕਹਿੰਦੇ ਮੈਂ ਦੇਖਾਂਗਾ ਵੀ ਗ੍ਰਹਿਣ ਤਾਂ ਕੀ ਕਰਨੀ ਆ, ਮੈਂ ਉਹਨਾਂ ਨੂੰ ਦੇਖਾਂਗਾ ਵੀ ਨਹੀਂ। ਤਾਂ ਜਦੋਂ ਪੰਡਤ ਈਸਰ ਸਿੰਘ ਜੀ ਨੂੰ ਸਾਧ ਸੰਗਤ ਕਿਸੇ ਨੇ ਇਸ ਜ਼ਿਮੀਂਦਾਰ ਬਾਰੇ ਦੱਸਿਆ ਕਿ ਉਹ ਬੜੇ ਮਹਾਂਪੁਰਖ ਨੇ, ਉਹਨਾਂ ਦੇ ਦਰਸ਼ਨ ਕਰੋ। ਤੇ ਇਹ ਪੰਡਤ ਈਸਰ ਸਿੰਘ ਜੀ ਦਰਸ਼ਨ ਕਰਨ ਵਾਸਤੇ ਲੁਧਿਆਣੇ ਆਏ ਸਨ ਸਪੈਸ਼ਲ। ਇਸ ਜੱਟ ਜ਼ਿਮੀਂਦਾਰ ਨੂੰ ਮਿਲੇ ਤੇ ਦੇਖਿਆ ਵੀ ਸੱਚੀ ਉਹੀ ਗੱਲ ਹੈ ਜਿਹੜੀ ਸੁਣੀ ਸੀ, ਵੀ ਇਹਦੇ ਅੰਦਰ ਇੰਨਾ ਪ੍ਰੇਮ ਹੈ, ਨਾਮ ਹੀ ਜਪੀ ਜਾਂਦੇ ਦਿਨ ਰਾਤ। ਤਾਂ ਉਸ ਸਮੇਂ ਕਹਿਣ ਲੱਗੇ ਵੀ ਤੂੰ ਨਾਮ ਕਿਉਂ ਨਹੀਂ ਛੱਡ ਦਿੰਦਾ? ਕਹਿੰਦਾ ਮੇਰੇ ਮੁਰਸ਼ਿਦ ਨੇ ਮੈਨੂੰ ਇਹ ਨਾਮ ਦਿੱਤਾ ਤੇ ਜੇ ਮੈਂ ਛੱਡ ਦਵਾਂ ਨਾ ਤਾਂ ਮੇਰੀ ਮੌਤ ਹੋ ਜਾਵੇ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਮੈਂ ਡੁੱਬ ਰਿਹਾ, ਮੈਂ ਮਰ ਰਿਹਾ, ਨਾਮ ਮੇਰੇ ਕੋਲੋਂ ਤਿਆਗ ਕਰਨਾ। ਇਹ ਸਾਧ ਸੰਗਤ ਮਹਾਂਪੁਰਖਾਂ ਦੀ ਦਾਤ ਹੁੰਦੀ ਹੈ। ਪਰ ਜਦੋਂ ਕੋਈ ਮਹਾਂਪੁਰਖ ਪੂਰਨ ਮਿਲ ਜਾਵੇ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਸਿੱਖ ਨੇ ਬੇਨਤੀ ਕੀਤੀ ਸੀ, ਸਤਿਗੁਰੂ ਜੀ ਸਾਨੂੰ ਕਿਵੇਂ ਪਤਾ ਲੱਗੇ ਵੀ ਇਹ ਪੂਰਨ ਮਹਾਂਪੁਰਖ ਹੈ ਕਿ ਇਹ ਕੋਈ ਪਖੰਡੀ ਹੈ, ਸਾਨੂੰ ਕਿਵੇਂ ਸਮਝ ਲੱਗੇ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਅਸੀਂ ਤੈਨੂੰ ਇੱਕ ਸਿੱਖਿਆ ਦਿੰਦੇ ਹਾਂ। ਇੱਕ ਰਾਜੇ ਦੇ ਹਿਰਦੇ ਵਿੱਚ ਇੱਛਾ ਪੈਦਾ ਹੋਈ ਕਿ ਹੰਸਾਂ ਦੇ ਦਰਸ਼ਨ ਕਰਾਂ। ਉਹਨੇ ਹੰਸਾਂ ਦੀ ਵਡਿਆਈ ਸੁਣੀ ਤੇ ਮਨ ਵਿੱਚ ਇੱਛਾ ਪੈਦਾ ਹੋ ਗਈ ਵੀ ਹੰਸਾਂ ਨੂੰ ਦੇਖਣਾ ਚਾਹੀਦਾ। ਆਪਣੇ ਵਜ਼ੀਰ ਨਾਲ ਸਲਾਹ ਕੀਤੀ ਵੀ ਆਪਾਂ ਹੰਸਾਂ ਨੂੰ ਦੇਖਣ ਜਾਣਾ। ਉਸ ਸਮੇਂ ਵਜ਼ੀਰ ਸਿਆਣਾ ਸੀ, ਉਹ ਕਹਿਣ ਲੱਗਿਆ ਰਾਜਨ ਜੇ ਤੂੰ ਇੱਥੋਂ ਜਾਏਗਾ ਮਾਨ ਸਰੋਵਰ ਬਹੁਤ ਦੂਰ ਹੈ ਜਿੱਥੇ ਹੰਸ ਰਹਿੰਦੇ ਨੇ, ਤੈਨੂੰ ਆਪਣਾ ਰਾਜ ਭਾਗ ਸਭ ਕੁਝ ਛੱਡ ਕੇ ਜਾਣਾ, ਪਿੱਛੋਂ ਪ੍ਰਬੰਧ ਨਹੀਂ ਵਿਗੜ ਸਕਦਾ, ਮੁਸ਼ਕਲਾਂ ਵੀ ਆਉਣਗੀਆਂ, ਕਿਉਂ ਨਾ ਆਪਾਂ ਹੰਸਾਂ ਨੂੰ ਹੀ ਇੱਥੇ ਸੱਦ ਲਈਏ। ਰਾਜਾ ਕਹਿੰਦਾ ਐ ਕਿਵੇਂ ਹੋ ਸਕਦਾ? ਕਹਿੰਦਾ ਹੋ ਸਕਦਾ। ਵਜ਼ੀਰ ਕਹਿੰਦਾ ਜੇ ਤੂੰ ਪੰਛੀਆਂ ਦੀ ਸੇਵਾ ਕਰੇ, ਕਿਉਂਕਿ ਹੰਸ ਪੰਛੀਆਂ ਦੇ ਰਾਜੇ ਹੁੰਦੇ ਨੇ, ਜੇ ਤੂੰ ਪੰਛੀਆਂ ਦੀ ਸੇਵਾ ਕਰੇ ਤਾਂ ਉਸ ਸਮੇਂ ਸਾਧ ਸੰਗਤ ਰਾਜੇ ਨੇ ਇੱਕ ਬਹੁਤ ਸੋਹਣਾ ਤਲਾਬ ਲਗਾਉਣਾ ਕੀਤਾ, ਬਹੁਤ ਸੁੰਦਰ। ਤੇ ਫਿਰ ਰੋਜ਼ਾਨਾ ਉੱਥੇ ਵਧੀਆ ਤਰ੍ਹਾਂ ਦਾ ਚੋਗਾ ਖਿਲਾਰਨਾ, ਸਿਪਾਹੀਆਂ ਨੂੰ ਰਾਖੀ ਕਰਨ ਵਾਸਤੇ ਜਾਨਵਰਾਂ ਤੋਂ ਰੱਖਿਆ, ਪੰਛੀਆਂ ਦਾ ਨੁਕਸਾਨ ਨਾ ਹੋਵੇ। ਇਸ ਤਰ੍ਹਾਂ ਦੂਰੋਂ ਦੂਰੋਂ ਪੰਛੀ ਆਉਣ ਲੱਗ ਪਏ। ਹੁਣ ਨਵੇਂ ਨਵੇਂ ਪੰਛੀ ਆਉਂਦੇ ਨੇ। ਦੇਖੋ ਅਸੀਂ ਆਪਣੇ ਘਰੇ ਕੋਠੇ ਤੇ ਚੋਗਾ ਪਾਉਣ ਲੱਗ ਗਏ ਨਾ, ਬੜੇ ਪੰਛੀ ਦੇਖਣ ਨੂੰ ਮਿਲਦੇ।
ਬੜੇ ਬੜੇ ਨਵੇਂ ਨਵੇਂ ਪੰਛੀ, ਕਿਉਂਕਿ ਉਹ ਇੱਕ ਦੂਜੇ ਨੂੰ ਦੱਸ ਦਿੰਦੇ ਨੇ ਕਿ ਉੱਥੇ ਚੋਗਾ ਮਿਲੇਗਾ। ਇਸ ਤਰ੍ਹਾਂ ਪੰਛੀਆਂ ਦੁਆਰਾ ਜਿਹੜੇ ਰਾਜੇ ਦੀ ਵਡਿਆਈ ਸੀ ਨਾ, ਹੰਸਾਂ ਕੋਲ ਚਲੀ ਗਈ। ਹੰਸ ਸੋਚਣ ਲੱਗੇ ਕਿ ਇਹ ਕਿਹੋ ਜਿਹਾ ਰਾਜਾ ਹੈ ਜਿਹੜਾ ਪੰਛੀਆਂ ਦੀ ਇੰਨੀ ਸੇਵਾ ਕਰਦਾ। ਤਾਂ ਉਸ ਸਮੇਂ ਸਾਧ ਸੰਗਤ ਦੋ ਹੰਸ ਉੱਡ ਕਰਕੇ ਰਾਜੇ ਦੇ ਮਹਿਲਾਂ ਵਿੱਚ ਆ ਗਏ। ਪਰ ਇਹ ਆਮ ਚੋਗਾ ਨਹੀਂ ਛਕਦੇ। ਜਿਵੇਂ ਆਪਾਂ ਕਣਕ ਜਾਂ ਜਵਾਰ ਪਾ ਦਈਏ ਨਾ, ਹੰਸ ਇਹ ਨਹੀਂ ਖਾਂਦੇ। ਉਸ ਸਮੇਂ ਸਿਪਾਹੀਆਂ ਨੇ ਦੇਖਿਆ ਕਿ ਇਹ ਦੋ ਨਵੇਂ ਪੰਛੀ ਬੜੇ ਸੁੰਦਰ ਨੇ, ਪਰ ਇਹ ਕੋਈ ਚੋਗਾ ਨਹੀਂ ਖਾ ਰਹੇ। ਰਾਜੇ ਨੂੰ ਦੱਸਿਆ ਤੇ ਉਸ ਸਮੇਂ ਪਰਖ ਕਰਨ ਵਾਲੇ ਨੇ ਕਿਹਾ ਕਿ ਇਹ ਤਾਂ ਹੰਸ ਨੇ। ਤੇ ਫਿਰ ਸਾਧ ਸੰਗਤ ਇੱਕ ਦੁੱਧ ਦਾ ਭਾਂਡਾ ਲਿਆ ਕੇ ਉਹਨਾਂ ਦੇ ਅੱਗੇ ਰੱਖ ਦਿੱਤਾ। ਜਿਹੜੇ ਹੰਸ ਹੁੰਦੇ ਨਾ, ਇਹ ਆਪਣੇ ਇਹਨਾਂ ਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ। ਜਦੋਂ ਇਹ ਚੁੰਝ ਦੁੱਧ ਵਿੱਚ ਪਾ ਦਿੰਦੇ ਨੇ ਤੇ ਦੁੱਧ ਵਿੱਚੋਂ ਪਾਣੀ ਤੇ ਫੁੱਟ ਵੱਖਰੇ ਹੋ ਜਾਂਦੇ। ਫਿਰ ਉਹਦੇ ਵਿੱਚੋਂ ਜਿਹੜੇ ਫੁੱਟ ਹੁੰਦੇ ਉਹ ਖਾ ਲੈਂਦੇ, ਪਾਣੀ ਛੱਡ ਦਿੰਦੇ। ਤਾਂ ਇਸੇ ਤਰ੍ਹਾਂ ਇਹਨਾਂ ਹੰਸਾਂ ਨੇ ਉਹ ਫੁੱਟ ਖਾ ਲੈਣਾ ਵੀ, ਤੇ ਫਿਰ ਪਤਾ ਲੱਗ ਗਿਆ ਵੀ ਵਾਕਈ ਇਹ ਹੰਸ ਹੀਰੇ ਮੋਤੀ ਲਿਆ ਕਰਕੇ ਇਹਨਾਂ ਦੇ ਅੱਗੇ ਸੁੱਟੇ ਗਏ। ਹੀਰੇ ਮੋਤੀਆਂ ਨੂੰ ਇਹ ਖਾ ਲੈਂਦੇ, ਪਰ ਖਾ ਕਰਕੇ ਉਗਲ ਦਿੰਦੇ। ਜਿਵੇਂ ਸੱਪ ਹੁੰਦਾ ਨਾ, ਕਿਸੇ ਜੀਵ ਨੂੰ ਖਾ ਕੇ ਉਗਲ ਦਿੰਦਾ, ਇਸ ਤਰ੍ਹਾਂ ਉਗਲ ਦਿੰਦੇ। ਜੇ ਮੋਤੀ ਖਾ ਲੈਣ ਤਾਂ ਕਹਿੰਦੇ ਉਹਨਾਂ ਨੂੰ ਉਗਲ ਕਰਕੇ ਕੀਮਤੀ ਜੋ ਉਹਨਾਂ ਦੇ ਹੀਰੇ ਬਣ ਜਾਂਦੇ ਜੇ ਹੰਸਾਂ ਦਾ ਉਗਲਿਆ ਹੋਵੇ। ਤਾਂ ਉਸ ਸਮੇਂ ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਸਿੱਖਾਂ ਨੂੰ ਇਹ ਦੱਸਣ ਵਾਸਤੇ ਉਦਾਹਰਣ ਦਿੱਤੀ ਹੈ ਵੀ ਜਿਵੇਂ ਰਾਜੇ ਨੇ ਹੰਸਾਂ ਦੇ ਦਰਸ਼ਨ ਕਰਨ ਵਾਸਤੇ ਪੰਛੀਆਂ ਦੀ ਸੇਵਾ ਕੀਤੀ, ਇਸੇ ਤਰ੍ਹਾਂ ਜੇ ਤੂੰ ਪੂਰਨ ਮਹਾਂਪੁਰਖਾਂ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਸਿੱਖਾਂ ਦੀ ਸੇਵਾ ਕਰੇ। ਜੇ ਸਿੱਖਾਂ ਦੀ ਸੇਵਾ ਕਰੇਗਾ, ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕਰੇਗਾ, ਤੇਰੀ ਸੇਵਾ ਇੰਨਾ ਫਲ ਲੈ ਆਵੇਗੀ। ਇੱਕ ਦਿਨ ਕਿਸੇ ਸਮੇਂ ਪੂਰਨ ਮਹਾਂਪੁਰਖ ਵੀ ਤੇਰੇ ਘਰ ਵਿੱਚ ਚਰਨ ਪਾਵੇ। ਤੇਰੀ ਮਹਿਮਾ ਸੁਣ ਕੇ ਵੀ ਉੱਥੇ ਇੰਨੀ ਸੇਵਾ ਹੁੰਦੀ। ਇਹ ਜੁਗਤੀ ਦੱਸੀ ਸਤਿਗੁਰੂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਸਾਧ ਸੰਗਤ, ਉਹ ਨਾਮ ਦੀ ਦਾਤ ਬਖਸ਼ ਕੇ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੇ। ਤੁਮ ਸਮਰੱਥ ਕਾਰਨ ਕਰਨਾ, हे ਪ੍ਰਭੂ ਦੇ ਪਿਆਰੇ ਸੰਤ ਜਨੋ, ਤੁਸੀਂ ਬ੍ਰਹਮ ਗਿਆਨ ਦੀ ਦਾਤ ਦੇਣ ਵਾਸਤੇ ਸਮਰੱਥ ਹੋ। ਜੀਵ ਨੂੰ ਔਗਣਾ ਤੋਂ ਛੁਡਾ ਕੇ ਗੁਣਾਂ ਵਿੱਚ ਰੱਖਣ ਦੇ ਸਮਰੱਥ ਹੋ। ਤੁਸੀਂ ਗਿਆਨ ਦੀ ਦਾਤ ਦੇਣ ਵਾਲੇ। ਟੂਟੀ ਤੁਮ ਹੀ ਜੋੜੀ, ਪਿਛਲੇ ਸਮਿਆਂ ਤੋਂ ਤੁਸੀਂ ਹੀ ਟੁੱਟੀਆਂ ਹੋਈਆਂ ਜੀਵ ਆਤਮਾ ਨੂੰ ਜੋੜਨਾ ਕੀਤਾ। ਜਿਵੇਂ ਗੜਕਾ ਜਿਹੜੀ ਸੀ ਉਹਨੂੰ ਵੀ ਮਹਾਂਪੁਰਖਾਂ ਦਰਸ਼ਨ ਹੋਏ ਸਨ। ਇੱਥੇ ਭਾਈ ਗੁਰਦਾਸ ਜੀ ਕਹਿੰਦੇ, ਅਚਾਨਚਕ ਮਨ ਮਹਾਂਪੁਰਖ ਗਣਕਾ ਦੁਆਰੇ ਆਏ ਖਲੋਤਾ। ਇੱਕ ਮਹਾਂਪੁਰਖ ਦੇ ਦਰਸ਼ਨ ਹੋਏ ਸਨ ਗਣਕਾ ਨੂੰ, ਮਹਾਂਪੁਰਖਾਂ ਨੇ ਤੋਤਾ ਦੇਣਾ ਕੀਤਾ ਸੀ। ਅਜਾ ਮਨ ਨੂੰ ਵੀ ਇਸ ਤਰ੍ਹਾਂ ਹੀ ਇੱਕ ਮਹਾਂਪੁਰਖਾਂ ਦੀ ਸੰਗਤ ਹੋਈ। ਬਾਲਮੀਕ ਪਟਵਾਰਾ ਜਿਹੜਾ ਰਸਤੇ ਵਿੱਚ ਲੋਕਾਂ ਨੂੰ ਲੁੱਟਦਾ ਸੀ, ਸਾਧ ਸੰਗਤ, ਉਹਨਾਂ ਨੂੰ ਵੀ ਇੱਕ ਮਹਾਂਪੁਰਖਾਂ ਦੀ ਸੰਗਤ ਹੋਈ। ਤਾਂ ਇਸ ਤਰ੍ਹਾਂ ਜਿਹੜੇ ਪੂਰਨ ਮਹਾਂਪੁਰਖ ਨੇ, ਮਹਾਰਾਜ ਕਹਿੰਦੇ ਟੂਟੀ ਤੁਮ ਹੀ ਜੋੜੀ। ਉਹਨਾਂ ਨੇ ਪਰਮਾਤਮਾ ਨਾਲੋਂ ਜਿਹੜੀ ਸਾਡੀ ਸੁਰਤ ਟੁੱਟੀ ਹੋਈ ਹੈ ਨਾ, ਵਿਕਾਰਾਂ 'ਚ ਲੱਗੀ ਹੋਈ ਹੈ, ਭਟਕਦੀ ਫਿਰਦੀ ਹੈ, ਇਹ ਜੋੜ ਦੇਣਾ ਕੀਤੀ ਹੈ। ਭਾਉ ਜਨਮ ਜਨਮ ਕੇ ਬਿਖਰੀ ਤੁਮ ਤਾਰੇ, ਸਮਤ ਸੰਗ ਤੁਮਾਰੇ ਪਾਈ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, हे ਪ੍ਰਭੂ ਦੇ ਪਿਆਰੇ ਸੰਤ ਜਨੋ, ਤੁਸੀਂ ਜਿਹੜੇ ਜਨਮਾਂ ਤੋਂ ਜੀਵ ਵਿਸ਼ਈ ਸਨ, ਵਿਕਾਰਾਂ ਵਿੱਚ ਲੱਗੇ ਹੋਏ ਸਨ, ਉਹਨਾਂ ਨੂੰ ਤਾਰ ਦੇਣਾ ਕੀਤਾ। ਸਮਤ ਸੰਗ ਤੁਮਾਰੇ ਭਾਈ, ਜੇ ਕਿਸੇ ਨੇ ਸ੍ਰੇਸ਼ਟ ਮਤ ਪ੍ਰਾਪਤ ਕੀਤੀ ਹੈ ਨਾ, ਉਹ ਤੁਹਾਡੇ ਕੋਲੋਂ ਹੀ ਲਈ ਹੈ। ਕਿਉਂਕਿ ਪਰਮੇਸ਼ਰ ਦੇ ਪਿਆਰੇ, ਉਹਨਾਂ ਕੋਲ ਜੋ ਅਨੁਭਵ ਹੁੰਦਾ ਹੈ ਉਹ ਜਗਿਆਸੂਆਂ ਦੇ ਤਾਂ ਹੀ ਦੱਸ ਦਿੰਦੇ ਵੀ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਨਾਮ ਜਪਣਾ ਚਾਹੀਦਾ। ਜਿਵੇਂ ਇੱਕ ਮਹਾਂਪੁਰਖਾਂ ਨੇ ਦੱਸਿਆ ਕਿ ਭਾਈ, ਜਿਵੇਂ ਅਸੀਂ ਆਪਣੇ ਘਰ ਵਿੱਚ ਰੋਜ਼ਾਨਾ ਝਾੜੂ ਮਾਰਦੇ ਹਾਂ, ਸਫਾਈ ਕਰਦੇ ਹਾਂ, ਤੇ 2-4 ਦਿਨ ਸਫਾਈ ਨਾ ਕਰੀਏ ਤਾਂ ਘਰੇ ਦੇਖੋ
ਉਹ ਕੂੜਾ ਖਿਲਰਿਆ ਰਹਿੰਦਾ ਹੈ। ਜੇ 10-12 ਦਿਨ ਲੰਘ ਜਾਣ ਤੇ ਕੰਧਾਂ ਨੂੰ ਵੀ ਜਾਲੇ ਲੱਗ ਜਾਂਦੇ ਨੇ। ਇਸ ਤਰ੍ਹਾਂ ਜਿਹੜਾ ਮਨ ਹੈ ਪਰਮਾਤਮਾ ਤੋਂ ਭੁੱਲ ਕੇ ਟੁੱਟ ਕੇ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਜਾਂਦਾ ਹੈ। ਮਨ ਨੂੰ ਮੈਲ ਲੱਗਦੀ ਰਹਿੰਦੀ ਹੈ। ਹੁਣ ਅਸੀਂ ਕਿਸੇ ਕੋਲ ਬੈਠ ਕੇ 2 ਗੱਲਾਂ ਸੁਣ ਲਈਆਂ, ਕਿਸੇ ਥਾਂ ਤੇ ਚਲੇ ਗਏ, ਹਰ ਥਾਂ ਨੇ ਸਾਡੇ ਮਨ ਨੂੰ ਆਪਣਾ ਅਸਰ ਦੇਣਾ। ਜਿਹੜੀਆਂ ਅਸੀਂ ਗੱਲਾਂ ਸੁਣਦੇ ਹਾਂ ਸਾਡੇ ਅੰਦਰ ਜਾ ਕੇ ਅਸਰ ਕਰਦੀਆਂ ਨੇ। ਜਿਹਦੇ ਵਿੱਚ ਝੂਠ ਹੋਵੇ, ਨਿੰਦਿਆ ਹੋਵੇ, ਚੁਗਲੀ ਹੋਵੇ, ਉਹਨਾਂ ਗੱਲਾਂ ਨੇ ਸਾਡੇ ਅੰਦਰ ਕੀ ਅਸਰ ਕਰਨਾ ਅਸੀਂ ਜਾਣਦੇ ਹਾਂ। ਤਾਂ ਇਸ ਦੀ ਸਫਾਈ ਕਿਵੇਂ ਹੋ ਸਕਦੀ ਹੈ? ਜਿਵੇਂ ਘਰ ਦੀ ਸਫਾਈ ਹੁੰਦੀ ਰਹੇ, ਘਰ ਸਾਫ਼ ਰਹਿੰਦਾ ਹੈ, ਇਸ ਤਰ੍ਹਾਂ ਮਨ ਦੀ ਵੀ ਸਫਾਈ ਹੋਣੀ ਚਾਹੀਦੀ ਹੈ। ਮਨ ਦਾ ਵੀ ਇਸ਼ਨਾਨ ਹੋਣਾ ਚਾਹੀਦਾ। ਉਹ ਹੈ ਸਤ ਸੰਗਤ, ਉਹ ਹੈ ਗੁਰੂ ਦੀ ਬਾਣੀ, ਗੁਰੂ ਦੀ ਸੇਵਾ। ਜੇ ਅਸੀਂ ਬਾਣੀ ਪੜਾਂਗੇ, ਸੇਵਾ ਕਰਾਂਗੇ, ਸਾਡਾ ਮਨ ਸਾਫ਼ ਹੋ ਜਾਵੇਗਾ। ਤੇ ਜਿਹੜਾ ਮਨ ਸਾਫ਼ ਹੋਵੇ ਉਹਨੂੰ ਕੋਈ ਰੋਗ ਥੋੜੀ ਲੱਗੇਗਾ, ਹੈ ਨਾ। ਇਹੀ ਹੈ ਨਾ ਵੀ ਜੇ ਅਸੀਂ 4-5 ਦਿਨ ਇਸ਼ਨਾਨ ਨਾ ਕਰੀਏ ਸਾਨੂੰ ਮੈਲ ਲੱਗਣੀ ਲੱਗ ਜਾਂਦੀ ਹੈ, ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਹੌਲੀ ਹੌਲੀ ਕੋਈ ਨਾ ਕੋਈ ਰੋਗ ਬਣ ਜਾਂਦਾ। ਤੇ ਜਦੋਂ ਕਿਸੇ ਨੂੰ ਰੋਗ ਲੱਗ ਜੇ ਫਿਰ ਉਹ ਦੁਖੀ ਹੋ ਜਾਂਦਾ ਹੈ, ਘਬਰਾਉਂਦਾ ਹੈ, ਪੀੜ ਹੁੰਦੀ ਹੈ। ਤੇ ਕਾਰਨ ਕੀ ਸੀ? ਮੈਲ। ਤੇ ਜਿਹੜਾ ਰੋਜ਼ ਇਸ਼ਨਾਨ ਕਰਦਾ ਉਹਨੂੰ ਛੇਤੀ ਕੋਈ ਰੋਗ ਨਹੀਂ ਲੱਗਦਾ। ਇਸ ਤਰ੍ਹਾਂ ਜਿਹੜਾ ਆਪਣਾ ਮਨ ਦਾ ਰੋਜ਼ ਇਸ਼ਨਾਨ ਕਰਾਉਂਦਾ ਬਾਣੀ ਪੜ੍ਹ ਕੇ, ਗੁਰੂ ਕਰਕੇ। ਜੇ ਅਸੀਂ ਸੰਗਤ 'ਚ ਨਹੀਂ ਬੈਠ ਸਕਦੇ, ਘਰੇ ਦਾ ਬਾਣੀ ਪੜ੍ਹ ਸਕਦੇ, ਕਿੰਨਾ ਸਤਿਗੁਰਾਂ ਨੇ ਸਾਨੂੰ ਬਾਣੀ ਦਾ ਭੰਡਾਰਾ ਬਖਸ਼ਿਆ, ਖਜ਼ਾਨਾ ਬਖਸ਼ਿਆ। ਤੇ ਇਸ ਦੇ ਨਾਲ ਸਾਡੇ ਮਨ ਦੀ ਵੀ ਸਫਾਈ ਹੋਵੇਗੀ। ਜਦੋਂ ਮਨ ਸਾਫ਼ ਹੋ ਗਿਆ ਸਾਧ ਸੰਗਤ, ਫਿਰ ਮਨ ਆਪਣੇ ਅਸਲ ਰੰਗ ਵਿੱਚ ਆ ਜਾਂਦਾ ਹੈ। ਗੁਰੂ ਮਹਾਰਾਜ ਕਹਿੰਦੇ, हे ਪ੍ਰਭੂ ਦੇ ਪਿਆਰੇ ਸੰਤ ਜਨੋ, ਸਮਤ ਸੰਗ ਤੁਮਾਰੇ ਭਾਈ। ਜਿਹੜੀ ਸ੍ਰੇਸ਼ਟ ਮੱਤ ਹੈ ਨਾ ਪ੍ਰਭੂ ਨਾਲ ਮਿਲਣ ਵਾਲੀ, ਆਪਣੇ ਜਨਮ ਨੂੰ ਸਫਲ ਕਰਨ ਵਾਲੀ, ਉਹ ਤੁਹਾਡੀ ਸੰਗਤ ਕਰਕੇ ਹੀ ਅਸੀਂ ਪ੍ਰਾਪਤ ਕੀਤੀ ਹੈ। ਅਣਕ ਜੋਨ ਭ੍ਰਮ ਤੇ ਪ੍ਰਭ ਵਿਸਰਤ, ਸਾਸ ਸਾਸ ਹਰ ਗਾਈ। ਪਹਿਲਾਂ ਅਸੀਂ ਪ੍ਰਭੂ ਤੋਂ ਭੁੱਲ ਕਰਕੇ ਅਨੇਕਾਂ ਜੂਨਾਂ ਵਿੱਚ ਭਰਮਦੇ ਰਹਿੰਦੇ ਸੀ। ਦੇਖੋ, ਬੰਦਗੀ ਨਹੀਂ ਕੀਤੀ, ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਤੇ ਜੀ ਭਟਕਦਾ ਹੀ ਹੈ। ਪ੍ਰਭ ਵਿਸਰਤ ਸਦਾ ਖਵਾਰੀ। ਮਹਾਰਾਜ ਕਹਿੰਦੇ ਸਦਾ ਹੀ ਖਰਾਬ ਹੋ ਗਿਆ ਪਰਮਾਤਮਾ ਨੂੰ ਭੁਲਾ ਕੇ। ਪ੍ਰਭ ਵਿਸਰਤ ਸਦਾ ਖਵਾਰੀ, ਕਾਕੋ ਧੋਖਾ ਕਹਾ ਪਿਆ ਪੈ ਜਾਕੋ ਓਟ ਤੁਹਾਰੀ। ਨਾਲ ਹੀ ਦੂਜੀ ਗੱਲ ਕਹਿ ਦਿੱਤੀ ਮਹਾਰਾਜ ਕਹਿੰਦੇ, ਉਹਨੂੰ ਧੋਖਾ ਕੌਣ ਦੇ ਸਕਦਾ ਹੈ? ਇਹ ਪ੍ਰਭੂ ਜਿਹਨੂੰ ਤੇਰਾ ਆਸਰਾ, ਜਿਹਨੂੰ ਪਰਮਾਤਮਾ ਦਾ ਆਸਰਾ ਹੈ, ਜੋ ਪਰਮਾਤਮਾ ਨੂੰ ਸਿਮਰਦਾ ਹੈ, ਉਹ ਕਦੇ ਪਰਮਾਤਮਾ ਤੋਂ ਭੁੱਲਦਾ ਨਹੀਂ, ਵਿਛੜਦਾ ਨਹੀਂ। ਔਰ ਜਿਹੜਾ ਵਿਛੜ ਜਾਂਦਾ ਹੈ, ਮਹਾਰਾਜ ਕਹਿੰਦੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਜੋ, ਠੰਡ ਹੈ ਕੌੜੇ ਹੋਏ ਗਏ ਵਿਛੜੇ ਮਾਇਆ ਕੋ। ਸੋ ਅਨਕ ਜੋਨ ਭ੍ਰਮ ਤੇ ਪ੍ਰਭ ਵਿਸਰਤ। ਪਰਮੇਸ਼ਰ ਨੂੰ ਭੁਲਾ ਕਰਕੇ ਅਸੀਂ ਅਨੇਕਾਂ ਜੂਨਾਂ ਵਿੱਚ ਭਟਕਦੇ ਫਿਰਦੇ ਸੀ, ਰੁਲਦੇ ਫਿਰਦੇ ਸੀ। ਜਦੋਂ ਮਹਾਂਪੁਰਖਾਂ ਦੀ ਸੰਗਤ ਕੀਤੀ, ਉਹਨਾਂ ਨੇ ਸਾਨੂੰ ਸਮਝਾਇਆ, ਭਾਈ ਬੰਦਗੀ ਕਰਿਆ ਕਰ। ਸੋ ਕਿਉ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉ ਵਿਸਰੈ ਜੇ ਜੀਵਨ ਜੀਆ। ਉਹ ਪਰਮਾਤਮਾ ਮੈਨੂੰ ਕਿਉਂ ਭੁੱਲੇ, ਜਿਹਨੇ ਮੈਨੂੰ ਸਭ ਕੁਝ ਹੀ ਦਿੱਤਾ ਹੋਇਆ। ਸਾਰਾ ਕੁਝ ਉਹਨੇ ਦਿੱਤਾ ਹੋਇਆ ਨਾ। ਜੇ ਅਸੀਂ ਡੂੰਘੀ ਜਿਹੀ ਨਿਗਾਹ ਮਾਰ ਕੇ ਦੇਖੀਏ, ਸਾਡੇ ਕੋਲ ਤਾਂ ਆਪਣਾ ਹੈ ਹੀ ਕੁਝ ਨਹੀਂ। ਸਭ ਕੁਝ ਉਹਨੇ ਦਿੱਤਾ ਹੋਇਆ। ਘਰ ਵੀ ਉਹਨੇ ਦਿੱਤਾ ਹੈ, ਪਰਿਵਾਰ ਵੀ ਉਹਨੇ ਦਿੱਤਾ ਹੈ, ਪੁੱਤਰ ਧੀਆਂ ਜਾਇਦਾਦ, ਜਿੰਨੇ ਰਿਸ਼ਤੇਦਾਰ ਸੰਬੰਧੀ ਸਾਰੇ ਉਹਦੇ ਹੀ ਬਣਾਏ ਹੋਏ ਨੇ। ਉਹਨੂੰ ਫਿਰ ਕਿਉਂ ਨਹੀਂ ਕੋਈ ਚੇਤੇ ਕਰਦਾ? ਸੋ ਕਿਉ ਵਿਸਰੈ ਜੇ ਜੀਵਨ ਜੀਆ, ਜਿਹਦੇ ਆਸਰੇ ਜੀਵਨ ਜਿਉ ਰਹੇ। ਦੇਖ ਲਓ, ਜੇ ਇੱਕ ਵਾਰ ਪਰਮਾਤਮਾ ਸਵਾਸ ਕੱਢ ਲਵੇ, ਕਿੱਡੇ ਕਿੱਡੇ ਡਾਕਟਰ ਨੇ, ਤੇ ਪਾਉ ਕੋਈ ਸਵਾਸ ਦੁਆਰਾ। ਕਿੰਨੀਆਂ ਮਸ਼ੀਨਾਂ ਆਈਆਂ ਹੋਈਆਂ, ਕਿੰਨੀ ਤਰੱਕੀ ਕਰ ਲਈ ਹੈ, ਪਰ ਕਿਸੇ ਕੋਲ ਨਹੀਂ ਕੁਝ ਬਣਿਆ।
ਕਿਉਂਕਿ ਉਹ ਚੀਜ਼ ਉਹਨੇ ਆਪਣੇ ਹੱਥ ਵਿੱਚ ਰੱਖੀ, ਬਾਕੀ ਕੋਈ ਤਾਂ ਸਾਨੂੰ ਦੇ ਦਿੱਤਾ ਹੈ, ਤੇ ਪਰ ਉਹ ਸਾਧ ਸੰਗਤ ਚੀਜ਼ ਹੈ ਨਾ ਜਿਹੜੀ, ਜਿਵੇਂ ਪੁੱਤਰ ਹੁੰਦਾ ਹੈ, ਪਿਤਾ ਦੀਆਂ ਸਾਰੀਆਂ ਜਿੰਨੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਹੱਕਦਾਰ ਹੋ ਜਾਣਾ, ਪਰ ਪੁੱਤਰ ਕਦੇ ਪਿਤਾ ਨਹੀਂ ਬਣ ਸਕਦਾ। ਇਹ ਭੁਲੇਖਾ, ਪੁੱਤਰ ਕਦੇ ਪਿਤਾ ਨਹੀਂ ਬਣ ਸਕਦਾ। ਹਾਂ, ਜਿਹੜੀਆਂ ਪਿਤਾ ਦੀਆਂ ਜਾਇਦਾਦ, ਧਨ ਦੌਲਤ, ਉਹਦਾ ਹੱਕਦਾਰ ਜ਼ਰੂਰ ਬਣ ਜਾਊਗਾ। ਇਸ ਤਰ੍ਹਾਂ ਜੀਵ ਕਦੇ ਪਰਮਾਤਮਾ ਨਹੀਂ ਬਣ ਸਕਦਾ। ਪਰਮਾਤਮਾ ਨੇ ਸਾਨੂੰ ਬੜਾ ਕੁਝ ਦਿੱਤਾ ਹੈ। ਮਹਾਰਾਜ ਕਹਿੰਦੇ ਸੋ ਕਿਉ ਵਿਸਰੈ ਜੇ ਜੀਵਨ ਜੀਆ, ਜਿਹੜਾ ਜੀਵਨ ਜਿਉ ਰਿਹਾ ਨਾ ਉਹਦੇ ਆਸਰੇ ਹੈ, ਫਿਰ ਉਹ ਕਿਉਂ ਭੁੱਲੇ। ਸੋ ਕਿਉ ਵਿਸਰੈ ਜੇ ਦਿਖਦੇ ਕਾਟੈ, ਜਨਮ ਜਨਮ ਕਾ ਟੂਟਾ ਕਾਟੈ। ਜਿਹਨੇ ਤੈਨੂੰ ਮਾਇਆ ਵਿੱਚੋਂ ਕੱਢਣਾ ਹੈ, ਵਿਕਾਰਾਂ ਤੋਂ ਕੱਢਣਾ ਹੈ, ਉਹ ਤੈਨੂੰ ਕਿਉਂ ਭੁੱਲੇ। ਜਿਹਨੇ ਜਨਮ ਜਨਮ ਦੇ ਟੁੱਟੇ ਹੋਏ ਨੂੰ ਕੱਢਣਾ ਹੈ, ਜਿਹਨੇ ਨਾਮ ਕਰਕੇ ਆਪਣੇ ਆਪ ਨੂੰ ਸਵਾਰਿਆ ਜਾਣਾ ਹੈ, ਲੋਕ ਪਰਲੋਕ ਸੁਖੀ ਹੋਣਾ, ਮੈਨੂੰ ਕਿਉਂ ਭੁੱਲੇ। ਨਹੀਂ ਕਹੀ ਤਾਂ ਭੁੱਲਣਾ। ਇਸ ਲਈ ਮਹਾਰਾਜ ਕਹਿੰਦੇ ਉਹ ਮਹਾਂਪੁਰਖ ਤੇ ਸਿੱਖਿਆ ਦਿੰਦੇ ਨੇ, ਭਾਈ ਸਾਸ ਸਾਸ ਹਰ ਗਾਈ, ਹੁਣ ਅਸੀਂ ਸਵਾਸ ਸਵਾਸ ਉਸ ਪਰਮਾਤਮਾ ਨੂੰ ਗਾਉਂਦੇ ਹਾਂ। ਜੋ ਜੋ ਸੰਗ ਮਿਲੇ ਸਾਧੂ ਕੈ, ਤੇ ਪਤਿਤ ਪੁਨੀਤਾ। ਜੋ ਜੋ ਵੀ ਪਰਮੇਸ਼ਰ ਦੇ ਪਿਆਰੇ ਸਾਧੂ ਗੁਰਮੁਖਾਂ ਨੂੰ ਮਿਲੇਗਾ, ਸਾਧੂ ਸਤਿਗੁਰਾਂ ਨੂੰ ਮਿਲੇਗਾ, ਤੇ ਪਤਿਤ ਪੁਨੀਤਾ, ਉਹ ਪੁਨੀਤ ਬਣ ਗਿਆ। ਦੇਖੋ ਭਾਈ ਵਿਧੀ ਚੰਦ ਜੀ ਕਿਹਨੂੰ ਮਿਲੇ ਸੀ ਪਹਿਲਾਂ? ਭਾਈ ਅਤਰੀ ਜੀ, ਜਿਹੜੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ। ਤੇ ਭਾਈ ਵਿਧੀ ਚੰਦ ਦਾ ਕਿਵੇਂ ਜੀਵਨ ਲੈ ਸਕਿਆ? ਇੱਕ ਚੋਰ ਤੋਂ ਇੱਕ ਸੰਤ ਬਣ। ਭਾਈ ਲੱਖੂ ਧਾੜਵੀ ਜਿਹੜਾ ਲੋਕਾਂ ਨੂੰ ਲੁੱਟਦਾ ਸੀ, ਉਹਨੂੰ ਕਿਹਦੀ ਸੰਗਤ ਹੋਈ? ਭਾਈ ਪ੍ਰਾਣਾ ਜੀ, ਜਿਹੜੇ ਗੁਰੂ ਘਰ ਦੀਆਂ ਲੱਕੜਾਂ ਲਿਆ ਰਹੇ ਸਨ ਜੰਗਲ ਵਿੱਚੋਂ। ਤੇ ਦੇਖੋ ਭਾਈ ਲੱਖੂ ਧਾੜਵੀ ਉਹ ਗੁਰਮੁਖ ਬਣ ਗਿਆ, ਜਿਹਨੇ ਲਾਹੌਰ ਦੀਆਂ ਬੀਬੀਆਂ ਨੂੰ ਜਪਜੀ ਸਾਹਿਬ ਦਾ ਪਾਠ ਕਰਨਾ। ਤੇ ਜਿਹੜੀ ਬੀਬੀ ਜਪਜੀ ਸਾਹਿਬ ਦਾ ਪਾਠ ਕਰੇਗੀ, ਮੈਂ ਤਾਂ ਉਹਦੇ ਹੱਥੋਂ ਪ੍ਰਸ਼ਾਦਾ ਛਕਣਾ, ਕੋਈ ਮੇਰੀ ਸੇਵਾ ਕਰ ਸਕਦਾ, ਕੋਈ ਮੈਨੂੰ ਪ੍ਰਸ਼ਾਦਾ ਛਕਾ ਸਕਦਾ। ਇਹ ਜੁਗਤੀ ਹੁੰਦੀ ਹੈ ਮਹਾਂਪੁਰਖ। ਮਹਾਰਾਜ ਕਹਿੰਦੇ ਜੋ ਜੋ ਵੀ ਸਾਧੂ ਗੁਰਮੁਖਾਂ ਦੇ ਨਾਲ ਮਿਲ ਜਾਂਦਾ ਹੈ ਭਾਈ, ਤੇ ਪਤਿਤ ਪੁਨੀਤਾ। ਪਤਿਤ ਕਹਿੰਦੇ ਨੇ ਪਾਪੀ ਨੂੰ, ਗਿਰਾਵਟ ਵਾਲੇ ਨੂੰ, ਪੁਨੀਤ ਕਹਿੰਦੇ ਨੇ ਪਵਿੱਤਰ ਨੂੰ। ਉਹ ਪਤਿਤ ਜੀਵਨ ਤੋਂ ਪਵਿੱਤਰ ਹੋ ਜਾਂਦੇ ਹਨ। ਕਹੋ ਨਾਨਕ ਜਾ ਕੇ ਵਡਭਾਗਾ, ਜਨਮ ਜਨਮ ਪਦਾਰਥ ਜੀਤਾ। ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਸਮਾਪਤੀ ਕਰਦੇ ਨੇ, ਭਾਈ ਜਿਨ੍ਹਾਂ ਦੇ ਵੱਡੇ ਭਾਗ ਹਨ ਉਹਨਾਂ ਨੇ ਆਪਣੇ ਜਨਮ ਪਦਾਰਥ ਨੂੰ ਜਿੱਤ ਲਿਆ। ਇਹ ਜਿਹੜਾ ਜਨਮ ਹੈ ਇਹ ਵੀ ਇੱਕ ਪਦਾਰਥ ਹੈ। ਜਨਮ ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਇਹ ਸਾਨੂੰ ਚਾਰ ਪਦਾਰਥ ਮਿਲਦੇ ਨੇ। ਪਹਿਲਾਂ ਅਸੀਂ ਜਨਮ ਤਾਂ ਪ੍ਰਾਪਤ ਕੀਤਾ ਹੀ ਹੈ ਨਾ, ਹੁਣ ਅਸੀਂ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ। ਪ੍ਰੇਮ ਕੀ ਕਰਨਾ ਹੈ ਕਿ ਉਹਦੀ ਯਾਦ ਵਿੱਚ ਜੁੜੇ ਰਹਿਣਾ। ਫਿਰ ਮਹਾਰਾਜ ਕਹਿੰਦੇ ਤੈਨੂੰ ਨਾਮ ਪਦਾਰਥ ਮਿਲੇਗਾ, ਤੈਨੂੰ ਨਾਮ ਮਿਲ ਜਾਏਗਾ ਉਸਦਾ, ਤੇਰੀ ਜ਼ੁਬਾਨ ਤੇ ਉਹਦਾ ਨਾਮ ਹੋਵੇਗਾ, ਤੇਰੇ ਕੰਨ ਉਹਦੀ ਸਿਫਤ ਸੁਣਨਗੇ, ਔਰ ਫਿਰ ਮੁਕਤ ਪਦਾਰਥ, ਮੁਕਤ ਹੋ ਜਾਣਗੇ। ਸੋ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਜਪਿਆ, ਬੰਦਗੀ ਕੀਤੀ ਹੈ, ਉਹਨਾਂ ਨੇ ਆਪਣੇ ਜਨਮ ਰੂਪ ਪਦਾਰਥ ਨੂੰ ਵੀ ਜਿੱਤ ਲਿਆ ਹੈ। ਸੋ ਇਹ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਭਾਈ, ਜੀਵਨ ਅੰਦਰ ਕਮਾਈਏ, ਸੁਖੀ ਹੋਵਾਂਗੇ। ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸਾਨੂੰ ਗੁਰਮਤਿ ਵਾਲਾ ਗੁਰਮੁਖ ਜੀਵਨ ਬਖਸ਼ੇ, ਕੁਰੀਤੀਆਂ ਤੋਂ, ਵਹਿਮ ਭਰਮਾਂ ਤੋਂ ਦੂਰ ਰੱਖਣ, ਨਾਮ ਬਾਣੀ ਨਾਲ ਆਸਰੇ ਨਾਲ ਜੀਵਨ ਬਖਸ਼ੀ ਰੱਖਣ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ੇ, ਅੱਗੇ ਵਾਸਤੇ ਸਮਰਥ ਬਖਸ਼ੇ। ਜੋ ਜੋ ਸੰਗ ਮਿਲੇ ਸਾਧੂ ਕੈ, ਤੇ ਪਤਿਤ ਪੁਨੀਤਾ। ਕਹੋ ਨਾਨਕ ਜਾ ਕੇ ਵਡਭਾਗਾ, ਜਨਮ ਜਨਮ ਪਦਾਰਥ ਜੀਤਾ।